ਧੰਨ ਵਾਹਿਗੁਰੂ ਸਾਹਿਬ ਜੀਓ। ਗਗਨ ਦਮਮ ਬਾਜਿਓ, ਪਰਿਓ ਨਿਸ਼ਨ ਕਾਓ। ਖੇਤ ਜਮੰਡ ਸੂਰਮਾ, अब जो जन को दा। सूरा सो पहचानिया, जो लर दीन कहेत। पुरजा कट मर, कब होना छाड़े खेत। वाहिगुरु जी का खालसा, वाहिगुरु जी की फतेह। परम सत्कारयोग धन धन साहिब श्री गुरु ग्रंथ साहिब महाराज सच्चे पातशाह जी दी पावन पवित्र ते निकी गोद विच सुशोभित गुरु रूप गुरु खालसा सत संगत जी, सुभागे हो जो सतगुरां दी पावन गोद विच बैठ के सतगुरां दी पावन बाणी रूपी लोरियां सतगुरां दे चरणां चों गुरमत दे सिद्धांतां दा आनंद माण रहे हो। आओ अज उस महान जरनैल सूरमे योधे महाबली गुरु बख्शे, जिन्हां ने गुरु दे बचनां नूं कमाउंदियां होइयां जो पहला शब्द पढ़िया गया ना, सतगुर आगे सीस भेट दिओ। ये सतगुर सच है भावे ते वाकई उन्होंने भावे। सिख राज दे पहले बादशाह जिन्हां ने सिख राज कायम किया और इन्नी अदुੱਤੀ शहादत है उन्होंने जिहड़ी संसार दे तख्ते ते निराली है। कोई पिता नहीं जिहदे मुख विच पुत्तर दा कलेजा तन्निया जाता होवे, कोई है दुनिया च? ये वो शख्सियत है। पहला शब्द पढ़िया गया सी, ये तन माया पाहिया प्यारे लीतड़ा लब रंगाई। मेरे कंत न भावे चोलड़ा प्यारी, क्यों तन सीजे जाए। हों कुर्बाने जाऊं मेहरबाना, हों कुर्बाने जाऊं, हों कुर्बाने जाऊं। तिना के लैन जो तेरा नाम, लैन जो तेरा नाम। तिना के हों सद कुर्बाने जाऊं। फिर अगे चोले की गल कर दी, काया रंगन जे थी प्यारे पाइए नाव मजीठ। रंगन वाला जे रंगे साहिब, ऐसा रंग न डीठ। जिनके चोले रतड़े प्यारे, कंत तिना के पास धूड़ तिना की जे मिले। जी कहो नानक की अरदास आपे साजे। कहते साजन वाला भी हो आपे, रंगे रंगण वाला भी आप ही है गुरु। आपे नदर करे नदर करन वाला भी आप ही। नानक कामण कंतै भावै, आपे ही रावे। अपना प्रेम लाउण वाला भी वो आप ही है। आओ सुरत नूं लै चलिए, क्योंकि आरंभता तो इतिहास दे बड़े ऐसे पक्ष ने जिहड़े फुल ही नहीं गए। अज कोशिश करते हैं संखेप रूप विच बाबा बंदा सिंह बहादुर, जिन्हां दा जन्म रजौरी पुंछ जम्मू च पैंदा है ते इस इलाके दे विच जन्म होया भाई रामदेव जी दे गृह विखे सन 1670 दे विच। मैं तरीका नहीं लेणियां क्योंकि तरीका सारियां ने वखरियां वखरियां दित्तियां ने, सन सारियां दे सेम ने।
ਤਰੀਕਾਂ ਦੇ ਚੱਕਰ ਵਿੱਚ ਬੰਦਾ ਉਲਝਿਆ ਰਹਿੰਦਾ, ਜਿਹੜਾ ਸਿਧਾਂਤ ਦੀ ਗੱਲ ਉਹ ਲੈਂਦਾ ਹੀ ਨਹੀਂ ਆਪਣੇ ਜੀਵਨ ਵਿੱਚ, ਕਿ ਜਿਹੜਾ ਸਿਧਾਂਤ ਉਹ ਦੇ ਕੇ ਗਏ। ਹੁਣ ਜਨਮ ਹੋਇਆ ਰਾਜਪੂਤ ਘਰਾਣੇ ਦੇ ਵਿੱਚ, ਤੇ ਮਾਤਾ ਪਿਤਾ ਨੇ ਨਾਮ ਰੱਖਿਆ ਲਛਮਣ ਦੇਵ। 12-13 ਸਾਲ ਦੀ ਉਮਰ ਤੱਕ ਚੰਗੀ ਪਾਲਣਾ ਪੋਸ਼ਣਾ ਹੋਈ, ਘੋੜ ਸਵਾਰੀ, ਨੇਜੇਬਾਜ਼ੀ, ਤੀਰ ਅੰਦਾਜ਼ੀ, ਸ਼ਿਕਾਰ ਖੇਡਣ ਦੀ ਕਲਾ ਬਚਪਨ ਤੋਂ ਹੀ ਇਸ ਘਰਾਣੇ ਵਿੱਚ ਹੈ। ਤੇ 13 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਸ਼ਿਕਾਰ ਖੇਡਣ ਗਏ, ਇੱਕ ਹਿਰਨੀ ਦਾ ਸ਼ਿਕਾਰ ਕੀਤਾ ਤੀਰ ਅੰਦਾਜ਼ੀ ਨਾਲ, ਕਿਉਂਕਿ ਹਿਰਨ ਦਾ ਜਿਹੜਾ ਸ਼ਿਕਾਰ ਹੈ ਨਾ ਉਹ ਵੀ ਫੁਰਤੀਲੇਪਨ ਦੇ ਨਾਲ ਹੋ ਸਕਦਾ ਹੈ। ਹਿਰਨ ਜਿੰਨਾ ਫੁਰਤੀਲਾ ਜਾਨਵਰ ਕੋਈ ਨਹੀਂ, ਉਹਦੇ ਤੋਂ ਦੁੱਗਣੀ ਫੁਰਤੀ ਚਾਹੀਦੀ ਹੈ ਅੰਦਰ, ਫੇਰ ਜਾ ਕੇ ਹਿਰਨ ਦਾ ਸ਼ਿਕਾਰ ਕੀਤਾ ਜਾ ਸਕਦਾ ਹੈ। ਹੁਣ ਇਸ ਲਛਮਣ ਦੇਵ ਨੇ ਹਿਰਨ ਦਾ ਸ਼ਿਕਾਰ ਕੀਤਾ, ਤੀਰ ਲੱਗਿਆ, ਪੇਟ ਚਾਕ ਕੀਤਾ, ਤੇ ਉਸ ਹਿਰਨੀ ਦੇ ਪੇਟ ਵਿੱਚੋਂ 2 ਬੱਚੇ ਨਿਕਲ ਕੇ ਤੜਫ ਕੇ ਦੀਆਂ ਅੱਖਾਂ ਸਾਹਮਣੇ ਖਤਮ ਹੋ ਗਏ। ਇਹ ਦੁਖਾਂਤ ਇਹਦੇ ਤੋਂ ਝੱਲਿਆ ਨਹੀਂ ਗਿਆ, ਇਹਦਾ ਹਿਰਦਾ ਵਿਲੁੰਦਰਿਆ ਗਿਆ। ਕਮਾਲ ਹੈ। ਮੈਂ ਆਪਣੇ ਮੂੰਹ ਦੇ ਸਵਾਦ ਲਈ ਅਨਿਆਈ ਜੀਵਾਂ ਨੂੰ ਮੌਤ ਮਾਰੀ ਜਾਵਾਂ। ਮਾਤਾ ਪਿਤਾ ਕੋਲੇ ਆਣ ਕੇ ਰੋਸ ਪ੍ਰਗਟ ਕੀਤਾ, ਕਹਿੰਦੇ ਮੈਂ ਅੱਜ ਤੋਂ ਸ਼ਿਕਾਰ ਨਹੀਂ ਖੇਡਣਾ, ਮੈਂ ਅੱਜ ਤੋਂ ਇਹ ਸਾਰਾ ਕਾਰਜ ਛੱਡ ਦੇਣਾ, ਮੈਂ ਅੱਜ ਤੋਂ ਸ਼ਸਤਰਾਂ ਨੂੰ ਹੱਥ ਨਹੀਂ ਲਾਉਣੇ। ਹੁਣ ਉਦਾਸ ਰਹਿਣ ਲੱਗ ਪਏ। ਤੇ ਇਹਨਾਂ ਦੇ ਨਗਰ ਵਿੱਚ ਇੱਕ ਸਾਧੂ ਆਏ, ਜਿਨ੍ਹਾਂ ਦਾ ਨਾਮ ਸੀ ਜਾਨਕੀ ਪ੍ਰਸਾਦ। ਇਹ ਸਨ 1684 ਦੀ ਘਟਨਾ ਹੈ। ਜਾਨਕੀ ਪ੍ਰਸਾਦ ਕੌਣ ਹੈ? ਗੁਰੂ ਨਾਨਕ ਸਾਹਿਬ ਜੀ ਦੀ ਮਾਸੀ ਹੋਏ ਨੇ ਮਾਤਾ ਲਖੋ ਜੀ। ਮਾਤਾ ਲਖੋ ਜੀ ਦੇ ਇੱਕ ਪੁੱਤਰ ਹੋਏ ਨੇ ਰਾਮ ਥੰਮਣ ਜੀ, ਬੈਰਾਗੀ ਕਹਿੰਦੇ ਇਹਨਾਂ ਨੂੰ, ਰਾਮ ਥੰਮਣ ਬੈਰਾਗੀ। ਲਾਹੌਰ ਦੇ ਨੇੜੇ ਇਹਨਾਂ ਦਾ ਆਪਣਾ ਸਥਾਨ ਬਣਿਆ ਹੋਇਆ। ਇਹ ਰਾਮ ਥੰਮਣ ਬੈਰਾਗੀ ਜੀ ਦੀ ਇੱਕ ਸੰਪਰਦਾ ਚੱਲੀ। ਉਸ ਸੰਪਰਦਾ ਵਿੱਚੋਂ ਉਸ ਵੇਲੇ ਮੁਖੀ ਸੀ ਜਾਨਕੀ ਪ੍ਰਸਾਦ ਬੈਰਾਗੀ। ਇਹ ਇਹਨਾਂ ਦੇ ਇਲਾਕੇ ਵਿੱਚ ਆਇਆ ਤੇ ਮਾਤਾ ਪਿਤਾ ਕੋਲ ਲੈ ਕੇ ਗਏ, ਸਾਡਾ ਬੱਚਾ ਉਦਾਸ ਰਹਿੰਦਾ, ਕਿਰਪਾ ਕਰੋ ਇਹਦੇ ਉੱਤੇ। ਤੇ ਉਹਨਾਂ ਨੇ ਅੱਗੋਂ ਮੰਗ ਕਰ ਲਈ, ਕਹਿੰਦੇ ਤੁਸੀਂ ਆਪਣਾ ਬੱਚਾ ਸਾਨੂੰ ਭੇਟ ਕਰ ਦਿਓ। ਮਾਤਾ ਪਿਤਾ ਨੇ ਪ੍ਰਵਾਨ ਕਰ ਲਿਆ, ਕਹਿੰਦੇ ਠੀਕ ਹੈ, ਤੁਹਾਡੇ ਨਾਲ ਜੀਵਨ ਸਫਲਾ ਹੋ ਜਾਏਗਾ, ਲੈ ਜਾਓ। ਹੁਣ ਲੈ ਆਪਣੇ ਸਥਾਨ ਦੇ ਉੱਤੇ ਗੁਰੂ ਧਾਰਨ ਕਰ ਲਿਆ। ਜਿਸ ਵੇਲੇ ਗੁਰੂ ਧਾਰਨ ਕੀਤਾ, ਵੈਰਾਗੀਆਂ ਵਿੱਚ ਇੱਕ ਮਰਿਆਦਾ ਹੈ ਕਿ ਉਹ ਨਾਮਕਰਨ ਦੁਬਾਰਾ ਕਰਦੇ ਨੇ। ਹੁਣ ਉਹਨਾਂ ਨੇ ਲਛਮਣ ਦੇਵ ਤੋਂ ਨਾਮ ਤਬਦੀਲ ਕਰਕੇ ਰੱਖ ਦਿੱਤਾ ਮਾਧੋ ਦਾਸ ਵੈਰਾਗੀ। ਇਹਨੇ 7 ਬਚਨ ਕਰਕੇ ਪ੍ਰਵਾਨ ਕਰ ਲਿਆ, ਪਰ ਅੰਦਰ ਕੁਝ ਲੱਭ ਰਿਹਾ ਹਾਲੇ। ਕਹਿੰਦੇ 1 ਸਾਲ ਦਾ ਸਮਾਂ ਬਤੀਤ ਹੋਇਆ। 1685 ਵਿੱਚ ਇਸ ਜਾਨਕੀ ਪ੍ਰਸਾਦ ਦੀ ਵਿਚਾਰ ਗੋਸ਼ਟੀ ਇੱਕ ਹੋਰ ਸਾਧੂ ਨਾਲ ਹੋਈ। ਉਹ ਸਾਧੂ ਉਦਾਸੀ ਸੀ, ਉਹਦਾ ਨਾਮ ਸੀ ਸਵਾਮੀ ਰਾਮਦਾਸ ਸਮਰੱਥ। ਇਹਨੂੰ ਸਮਰੱਥ ਰਾਮਦਾਸ ਵੀ ਕਹਿੰਦੇ ਨੇ। ਇਹ ਸਮਰੱਥ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਸੀ ਕਿਸੇ ਸਮੇਂ, ਤੇ ਸਤਿਗੁਰਾਂ ਨੂੰ ਇਹਨੇ ਬਚਨ ਕੀਤੇ ਸਨ ਕਿ ਸੱਚੇ ਪਾਤਸ਼ਾਹ ਆ ਸ਼ਸਤਰ ਕਿਉਂ ਰੱਖੇ ਨੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਸਨ, ਕਹਿੰਦੇ ਜਰਵਾਣੇ ਦੀ ਭਖਿਆ ਲਈ ਤੇ ਗਰੀਬ ਦੀ ਰੱਖਿਆ ਲਈ ਇਹ ਸ਼ਸਤਰ ਰੱਖੇ ਨੇ। ਕਹਿੰਦਾ ਇਹ ਬਾਤ ਮੇਰੇ ਮਨ ਕੋ ਭਾਵਤੀ ਹੈ, ਮੇਰੇ ਮਨ ਨੂੰ ਕਹਿੰਦਾ ਇਹ ਗੱਲ ਚੰਗੀ ਲੱਗੀ ਹੈ। ਇਹਨੇ ਫਿਰ ਇਥੋਂ ਗੁਰੂ ਹਰਗੋਬਿੰਦ ਸਾਹਿਬ ਦੇ ਪਾਸੋਂ ਜਾ ਕੇ ਸ਼ਿਵਾਜੀ ਮਰਹੱਟਾ ਜਿਹੜਾ ਹੌਸਲਾ ਹਾਰ ਚੁੱਕਿਆ ਸੀ, ਉਹਨੂੰ ਦੁਬਾਰਾ ਸ਼ਸਤਰ ਚੁਕਾਏ ਸਨ ਕਿ ਨਹੀਂ ਤੂੰ ਆਪਣੇ ਹੱਕਾਂ ਲਈ ਜੂਝ, ਤੂੰ ਕੁਰਬਾਨੀ ਦੇ। ਹੁਣ ਇਹਨਾਂ ਦੋਨਾਂ ਸਾਧੂਆਂ ਦੀ ਆਪਸ ਵਿੱਚ ਗੋਸ਼ਟੀ ਹੋਈ ਔਰ ਗਿਆਨ ਦੇ ਪੱਖ ਤੋਂ ਜਿਹੜਾ ਜਾਨਕੀ ਪ੍ਰਸਾਦ ਸੀ ਇਸ ਸਮਰੱਥ ਰਾਮਦਾਸ ਸਵਾਮੀ ਦੇ ਅੱਗੇ ਹੋਸ਼ਾ ਪੈ ਗਿਆ, ਕਿਉਂਕਿ ਗਿਆਨ ਵਿੱਚ ਉਹ ਅੱਗੇ ਸੀ ਉਸ ਤੋਂ। ਤੇ ਹੁਣ ਮਾਧੋਦਾਸ ਵੈਰਾਗੀ ਨੇ ਵੇਖਿਆ ਕਿ ਜਿਹੜਾ ਮੇਰਾ ਗੁਰੂ ਹੈ ਇਹਦੇ ਤੋਂ ਇਸ ਗੁਰੂ ਕੋਲ ਗਿਆਨ ਜ਼ਿਆਦਾ ਹੈ। ਉਹਨੇ ਸੋਚ ਨੂੰ ਖੜਾਇਆ ਨਹੀਂ, ਸੋਚ ਚਲਦੀ ਰੱਖੀ, ਕਹਿੰਦੇ ਨਹੀਂ ਹੁਣ ਮੈਂ ਗੁਰੂ ਇਹਨੂੰ ਧਾਰਨ ਕਰਨਾ। ਦੂਸਰਾ ਗੁਰੂ ਧਾਰਨ ਕਰ ਲਿਆ ਸਮਰੱਥ ਰਾਮਦਾਸ।
स्वामी। हुण इहदे नाल चले गया, चलदियां चलदियां पंचवटी दे स्थान उत्ते पहुंच गया। इत्थे इस समर्थ रामदास स्वामी दी गोष्ठी हुई जोगी औगड़नाथ दे नाल। जोगी औगड़नाथ दा एक नाम लूणिया सिद्ध भी आउंदा इतिहास दे विच। ਇਹ जोगी औगड़नाथ ਦੇ ਅੱਗੇ ਵਿਚਾਰ ਗੋਸ਼ਟੀ ਵਿੱਚ ਹਾਰ ਗਿਆ ਸਮਰੱਥ ਰਾਮਦਾਸ ਸਵਾਮੀ। ਹੁਣ ਇਹਨੂੰ ਦੇਖਿਆ ਵੀ ਕਹਿੰਦਾ ਮੇਰੇ ਗੁਰੂ ਤੋਂ ਇਹ ਗੁਰੂ ਹੋਰ ਵੱਡਾ ਹੈ, ਤੇ ਇਹਨੇ ਉਸੇ ਵੇਲੇ ਸਾਥ ਛੱਡ ਕੇ ਔਗੜਨਾਥ ਦੇ ਚਰਨ ਫੜ ਲਏ। ਕਹਿੰਦੇ ਜੀ ਮੈਂ ਤੁਹਾਨੂੰ ਆਪਣਾ ਗੁਰੂ ਧਾਰਨ ਕਰਨਾ ਚਾਹੁੰਦਾ। ਹੁਣ 1685 ਦੇ ਅਖੀਰ ਵਿੱਚ ਗੁਰੂ ਧਾਰਨ ਕੀਤਾ ਇਸ ਔਗੜਨਾਥ ਜੋਗੀ ਨੂੰ। 1695 ਦੇ ਵਿੱਚ ਕਨਖਲ ਦੇ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ ਹੋਏ ਸਨ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੁਝ ਸਮੇਂ ਲਈ ਭੇਟ ਹੋਈ ਜੋਗੀ ਔਗੜਨਾਥ ਦੇ ਨਾਲ। ਕੁਝ ਸਮੇਂ ਦੇ ਲਈ ਉਸ ਵੇਲੇ ਇਹ ਮਾਧੋ ਦਾਸ ਵੈਰਾਗੀ ਵੀ ਨਾਲ ਹੀ ਸੀ, ਇਹ ਵੀ ਜੋਗੀ ਬਣ ਚੁੱਕਿਆ, ਇਹ ਨਾਲ ਹੀ ਸੀ। ਇਹ ਮਿਲਿਆ ਉਸ ਵੇਲੇ 1695 ਵਿੱਚ। ਆਪਾਂ ਕਹਿੰਦੇ 1708 ਵਿੱਚ ਮਿਲੇ ਨਹੀਂ, 1695 ਵਿੱਚ ਪਹਿਲਾਂ ਇੱਕ ਵਾਰ ਭੇਟ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਹੋਈ। ਹੁਣ ਔਗੜਨਾਥ ਜੋਗੀ ਨਾਲ ਜਦੋਂ ਵਿਚਾਰ ਗੋਸ਼ਟੀ ਹੋਈ ਤੇ ਔਗੜਨਾਥ ਬਸ ਉਹਨੇ ਹੱਥ ਜੋੜ ਦਿੱਤੇ ਸਨ, ਜ਼ਿਆਦਾ ਗੋਸ਼ਟੀ ਨਹੀਂ ਕੀਤੀ। ਉਹਨੂੰ ਪਤਾ ਸੀ ਕਿ ਜੇ ਮੈਂ ਜ਼ਿਆਦਾ ਗੋਸ਼ਟੀ ਕਰਾਂਗਾ ਤੇ ਮੇਰੀ ਜਿਹੜੀ ਇੱਥੇ ਮਾਨਤਾ ਹੈ ਘਟ ਜਾਏਗੀ। ਫਿਰ ਜੋਗੀ ਔਗੜਨਾਥ ਨੇ ਹੱਥ ਜੋੜਤੇ, ਕਹਿੰਦੇ ਜੀ ਸੱਚੇ ਪਾਤਸ਼ਾਹ ਬਸ ਕਿਰਪਾ ਰੱਖੋ, ਮੈਂ ਇੱਥੇ ਠੀਕ ਹਾਂ। ਤੇ ਸਤਿਗੁਰੂ ਅੱਗੇ ਚਾਲੇ ਪਾ ਦਿੱਤੇ। 1696 ਦੇ ਵਿੱਚ ਜੋਗੀ ਔਗੜਨਾਥ ਚੜ੍ਹਾਈ ਕਰ ਗਿਆ, 1 ਸਾਲ ਬਾਅਦ। ਹੁਣ 1 ਸਾਲ ਬਾਅਦ ਚੜ੍ਹਾਈ ਕਰ ਗਿਆ। ਇਹ ਫਿਰਦਿਆਂ ਫਿਰਦਿਆਂ ਪਹੁੰਚ ਗਿਆ ਗੋਦਾਵਰੀ ਦੇ ਕੰਢੇ ਉੱਤੇ, ਨਾਂਦੇੜ ਮਹਾਰਾਸ਼ਟਰ। ਇਹ ਜਿਹੜਾ ਮਾਧੋ ਦਾਸ ਵੈਰਾਗੀ ਸੀ, ਹੁਣ ਇਹ ਜੋਗੀ ਬਣ ਚੁੱਕੇ ਹੈ। ਰਿੱਧੀਆਂ ਸਿੱਧੀਆਂ ਹਾਸਲ ਕਰ ਲਈਆਂ, ਤਾਕਤਾਂ ਹਾਸਲ ਕਰ ਲਈਆਂ। ਹੁਣ ਅਜ਼ਮਤਾਂ ਉਸ ਇਲਾਕੇ ਵਿੱਚ ਦਿਖਾਉਣ ਲੱਗ ਪਿਆ। ਇਹ ਦਿਖਾਉਂਦਿਆਂ ਦਿਖਾਉਂਦਿਆਂ ਦੀ ਮਾਨਤਾ ਹੋ ਗਈ। ਲੋਕ ਇਹਦੇ ਤੋਂ ਡਰਦੇ ਇਹਦੀ ਪੂਜਾ ਕਰਨ ਲੱਗ ਪਏ, ਕੁਝ ਲਾਲਚ ਕਰਕੇ ਪੂਜਾ ਕਰਨ ਲੱਗ ਪਏ। ਤੇਰੇ ਬੜਾ ਵੱਡਾ ਡੇਰਾ ਬਣਾ ਲਿਆ, ਬੜੇ ਚੇਲੇ ਚਾਟੜੇ ਆਪਣੇ ਰੱਖ ਲਏ, ਬੜੀ ਮਾਨਤਾ ਹੁੰਦੀ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ 1708 ਦੇ ਵਿੱਚ 1707 ਵਿੱਚ ਇਸ ਨਾਂਦੇੜ ਦੀ ਧਰਤੀ ਵੱਲ ਗਏ। ਅਜਮੇਰ ਸ਼ਰੀਫ ਦੇ ਨੇੜੇ ਇੱਕ ਅਸਥਾਨ ਪੈਂਦਾ ਹੈ ਜਿਹਨੂੰ ਉਸ ਵੇਲੇ ਇੱਕ ਦਾਦੂ ਪੀਰ ਦੀ ਕਬਰ ਕਿਹਾ ਜਾਂਦਾ ਸੀ। ਇਸ ਦਾਦੂ ਪੀਰ ਦੀ ਕਬਰ ਉੱਤੇ ਇੱਕ ਸੇਵਕ ਰਹਿੰਦਾ ਸੀ, ਮਹੰਤ ਜੈਤ ਰਾਮ। ਮਹੰਤ ਜੈਤ ਰਾਮ ਦੀ ਭੇਟ ਸਤਿਗੁਰਾਂ ਨਾਲ ਹੋਈ ਤੇ ਮਹੰਤ ਜੈਤ ਰਾਮ ਨੇ ਇੱਕਦਮ ਸਤਿਗੁਰਾਂ ਦੇ ਚਰਨਾਂ ਵਿੱਚ ਅਰਜ਼ੋਈ ਕੀਤੀ, ਸੱਚੇ ਪਾਤਸ਼ਾਹ ਤੁਸੀਂ ਨਾਂਦੇੜ ਦੀ ਧਰਤੀ ਵੱਲ ਜਾ ਰਹੇ ਹੋ, ਉਧਰ ਜਾਓ ਜੀ ਸਦਕੇ, ਪਰ ਉੱਥੇ ਇੱਕ ਜੋਗੀ ਰਹਿੰਦਾ ਹੈ ਮਾਧੋ ਦਾਸ, ਕਿਰਪਾ ਕਰਿਓ ਉਹਦੇ ਡੇਰੇ ਨਾ ਜਾਇਓ, ਉਹ ਆਏ ਗਏ ਸਾਧੂਆਂ ਦੀ ਬੜੀ ਬੇਇੱਜ਼ਤੀ ਕਰਦਾ ਹੈ। ਸਤਿਗੁਰੂ ਕਹਿੰਦੇ ਅਸੀਂ ਤੇ ਜਾ ਹੀ ਉਹਦੇ ਲਈ ਰਹੇ ਹਾਂ, ਉਹਨੂੰ ਹੀ ਤੇ ਮਿਲਣਾ ਉੱਥੇ ਜਾ ਕੇ। ਉਹ ਰਸਤਾ ਭਟਕ ਚੁੱਕਿਆ, ਉਹਨੂੰ ਸਿੱਧੇ ਰਸਤੇ ਉੱਤੇ ਪਾਉਣੇ। ਸਤਿਗੁਰੂ ਇੱਥੋਂ ਚੱਲ ਪਏ। ਬਹਾਦਰ ਸ਼ਾਹ ਵੀ ਸਤਿਗੁਰਾਂ ਦੇ ਨਾਲ ਚੱਲਿਆ। ਬਹਾਦਰ ਸ਼ਾਹ ਸ਼ਹਿਜ਼ਾਦਾ ਮੌਜ਼ਮ, ਜਿਸ ਦਾ ਦੂਸਰਾ ਨਾਮ ਸੀ ਔਰੰਗਜ਼ੇਬ ਤੋਂ ਬਾਅਦ ਵਿੱਚ ਇਹਨੂੰ ਰਾਜ ਭਾਗ ਗੁਰੂ ਗੋਬਿੰਦ ਸਿੰਘ ਜੀ ਨੇ ਦਿਵਾਇਆ ਸੀ। ਇਹ ਕਹਿੰਦਾ ਸੀ ਸੱਚੇ ਪਾਤਸ਼ਾਹ ਜੋ ਤੁਹਾਡੇ ਪਰਿਵਾਰ ਤੇ ਜ਼ੁਲਮ ਹੋਏ ਨੇ ਨਾ, ਮੈਂ ਉਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਤੁਹਾਡੇ ਹਵਾਲੇ ਕਰਾਂਗਾ। ਮੇਰਾ ਵਾਅਦਾ ਰਿਹਾ ਤੇ ਕਿਰਪਾ ਕਰਿਓ, ਬਸ ਮੈਨੂੰ ਇਸੇ ਤਰ੍ਹਾਂ ਆਪਣੀ ਕਿਰਪਾ ਦ੍ਰਿਸ਼ਟੀ ਰੱਖਿਓ। ਸਤਿਗੁਰੂ ਹੁਣ ਜਦੋਂ ਨਾਂਦੇੜ ਦੀ ਧਰਤੀ ਉੱਤੇ ਪਹੁੰਚੇ ਨਾ, ਸਤਿਗੁਰਾਂ ਨੇ ਫਿਰ ਜ਼ਿਕਰ ਕੀਤਾ, ਕਹਿੰਦੇ ਬਹਾਦਰ ਸ਼ਾਹ ਤੂੰ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ, ਅਸੀਂ ਤੈਨੂੰ 2 ਵਾਰ ਕਹਿ ਚੁੱਕੇ ਹਾਂ, ਜੇ ਤੀਸਰੀ ਵਾਰ ਕਹਿਣ ਲੱਗੇ ਹਾਂ ਕਿ ਵਜ਼ੀਰ ਖਾਨ ਸੂਬਾ ਸਰਹੰਦ ਅਤੇ ਹੋਰ ਜਿੰਨੇ ਜ਼ੁਲਮ ਕਰਨ ਵਾਲੇ ਜ਼ਾਲਮ ਨੇ ਉਹਨਾਂ ਨੂੰ ਸਾਡੇ ਹਵਾਲੇ ਕਰੋ। ਤੇ ਬਹਾਦਰ ਸ਼ਾਹ ਨੇ ਹੁਣ ਵੇਖਿਆ, ਕਹਿੰਦੇ ਹੁਣ ਕੀਤਾ ਕੀ ਜਾਏ, ਜਵਾਬ ਤੇ ਦੇ ਨਹੀਂ ਸਕਦਾ। ਉਹਨੇ ਰਾਜਨੀਤੀ ਵਰਤੀ, ਗੋਦਾਵਰੀ ਦੇ ਕੰਢੇ ਖੜੇ ਸਨ। ਉਹਨੇ ਸਤਿਗੁਰਾਂ ਦਾ ਮੁਖ ਚੁੱਪ ਕਰਾਉਣ ਲਈ ਆਪਣੇ ਵੱਲੋਂ ਸਾਮ ਦਾਮ ਦੰਡ ਭੇਦ, ਸਾਮ ਕਹਿੰਦੇ ਵਡਿਆਈ ਕਰਨ, ਕਹਿੰਦੇ ਵਡਿਆਈ ਕਰਕੇ ਮੈਂ ਚੁੱਪ ਕਰਾ ਦਿਆਂ। ਉਹਨੇ ਆਪਣੇ ਵੱਲੋਂ ਇੱਕ ਕੀਮਤੀ ਹੀਰਾ ਸਤਿਗੁਰਾਂ ਨੂੰ ਭੇਟ ਕੀਤਾ। ਸਤਿਗੁਰੂ ਹਰ ਪੱਖ ਤੋਂ ਜਾਣੀ ਜਾਣਦੇ,
गुरु गोबिंद सिंह महाराज जी ने ਉਹਦਾ ਹੀਰਾ ਵੇਖਿਆ, ਫਿਰ ਉਹਦੇ ਮੁਖ ਵੱਲ ਵੇਖਿਆ, ਕਹਿੰਦੇ ਤੂੰ ਸਾਨੂੰ ਹੀਰਾ ਦੇ ਕੇ ਚੁੱਪ ਕਰਾਉਣਾ ਚਾਹੁੰਦਾ। ਸਤਿਗੁਰਾਂ ਨੇ ਉਹਦਾ ਹੀਰਾ ਚੁੱਕ ਕੇ ਗੋਦਾਵਰੀ ਵਿੱਚ ਮਾਰਿਆ। ਕਹਿੰਦੇ ਇਹੋ ਜਿਹੇ ਹੀਰੇ ਪਤਾ ਹੀ ਨਹੀਂ ਸਾਡੇ ਕੋਲ ਕਿੰਨੇ ਨੇ। ਹਾਂ ਤੂੰ ਚੁੱਪ ਕਰਾਉਣਾ ਚਾਹੁੰਦਾ, ਤੂੰ ਇਹ ਕਹਿਣਾ ਚਾਹੁੰਦਾ, ਤੇਰੇ ਕਹਿਣ ਦਾ ਮੰਤਵ ਇਹ ਹੈ ਕਿ ਅਸੀਂ ਇਸ ਜ਼ੁਲਮੀ ਰਾਜ ਦੇ ਵਿੱਚ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਸਜ਼ਾ ਨਾ ਦਈਏ, ਅਸੀਂ ਚੁੱਪ ਕਰਕੇ ਬੈਠ ਜਾਈਏ। ਤੂੰ ਇਹਦੇ ਵਿੱਚ ਭਾਗੀਵਾਲ ਨਹੀਂ ਬਣਨਾ ਚਾਹੁੰਦਾ। ਯਾਦ ਰੱਖ ਐ ਬਹਾਦਰ ਸ਼ਾਹ, ਹੁਣ ਐਸੇ ਧਰਤੀ ਤੋਂ ਅਸੀਂ ਇੱਕ ਸ਼ਖਸੀਅਤ ਤੋਰਾਂਗੇ ਜਿਹੜਾ ਇਸ ਮੁਗਲ ਹਕੂਮਤ ਦੇ ਜੜ੍ਹਾਂ ਤੱਕ ਹਿਲਾ ਕੇ ਰੱਖ ਦੇਗਾ, ਜਿਹੜਾ ਇਸ ਮੁਗਲ ਹਕੂਮਤ ਦੀਆਂ ਜੜ੍ਹਾਂ ਤੱਕ ਹਿਲਾ ਕੇ ਰੱਖ ਦੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੁਣ ਜਿਸ ਵੇਲੇ ਇਸ ਗੋਦਾਵਰੀ ਤੋਂ ਵਿਦਾਇਗੀ ਦੇ ਦਿੱਤੀ ਬਹਾਦਰ ਸ਼ਾਹ ਨੂੰ, ਤੇ ਸਤਿਗੁਰਾਂ ਨੇ ਸਿੱਧਾ ਮਾਧੋ ਦਾਸ ਵੈਰਾਗੀ ਦੇ ਡੇਰੇ ਜਾ ਕੇ ਟਿਕਾਣਾ ਕੀਤਾ। ਉੱਥੇ ਕੁਝ ਸ਼ਿਕਾਰ ਖੇਡਿਆ। ਹੁਣ ਜਿਸ ਵੇਲੇ ਸ਼ਿਕਾਰ ਖੇਡਿਆ ਗਿਆ ਮਾਧੋ ਦਾਸ ਵੈਰਾਗੀ ਦੇ ਡੇਰੇ ਉੱਤੇ, ਤੇ ਇੱਕ ਸਤਿਗੁਰਾਂ ਨੇ ਖੇਡ ਵਰਤਾਈ, ਕਿਉਂਕਿ ਉਸ ਵੇਲੇ ਸਾਧੂ ਜਿਹੜੇ ਸਨ, ਇਹ ਸਾਧੂ ਆਪਣੇ ਆਪ ਨੂੰ ਸੋਚਦੇ ਸਨ ਇਹ ਸਾਧੂ ਆਪਣੇ ਆਪ ਨੂੰ ਸੋਚਦੇ ਸਨ ਕਿ ਅਸੀਂ ਆਪਣਾ ਡੇਰਾ ਬੜਾ ਪਵਿੱਤਰ ਰੱਖਿਆ ਹੋਇਆ। ਤੇ ਜਦੋਂ ਸਤਿਗੁਰਾਂ ਨੇ ਉਹਦੇ ਡੇਰੇ ਵਿੱਚ ਜਾ ਕੇ ਸ਼ਿਕਾਰ ਖੇਡ ਲਿਆ ਤੇ ਉੱਥੇ ਜੀਵਾਂ ਦਾ ਖੂਨ ਵਹਾਇਆ। ਕੁਝ ਇਤਿਹਾਸਕਾਰਾਂ ਨੇ ਕਿਹਾ ਕਿ ਬੱਕਰੇ ਝਟਕਾਈ ਜਾਂ ਕੁਝ ਵੀ। ਹੁਣ ਕਿਸੇ ਢੰਗ ਨਾਲ ਕਹਿੰਦੇ ਉਹਦੀ ਸੁਰਤ ਨੂੰ ਜਗਾਉਣਾ ਸੀ, ਉਹਦੇ ਲਈ ਸਤਿਗੁਰਾਂ ਨੇ ਇਹ ਖੇਡ ਵਰਤਾਈ। ਤੇ ਮਾਧੋ ਦਾਸ ਵੈਰਾਗੀ ਦੇ ਪਲੰਘ ਉੱਤੇ ਸਤਿਗੁਰੂ ਜੀ ਜਾ ਕੇ ਸੁਸ਼ੋਭਿਤ ਹੋ ਗਏ, ਜਿਸ ਪਲੰਘ ਨੂੰ ਇਹ ਆਪਣੀ ਤਾਕਤ ਨਾਲ ਪਲਟਾਇਆ ਕਰਦਾ ਸੀ। ਹੁਣ ਮਾਧੋ ਦਾਸ ਡੇਰੇ ਵਿੱਚ ਨਹੀਂ ਸੀ, ਤੇ ਇਸ ਮਾਧੋ ਦਾਸ ਦੇ ਸੇਵਕਾਂ ਨੂੰ ਪਤਾ ਲੱਗਿਆ ਕਿ ਪਲੰਘ ਉੱਤੇ ਬੈਠ ਕੇ ਪਹਿਲਾਂ ਤੇ ਸੇਵਕਾਂ ਨੇ ਜ਼ੋਰ ਲਾਇਆ, ਬਲ ਨਾ ਚੱਲਿਆ, ਤਾਕਤ ਨਾ ਚੱਲੀ, ਮੰਤਰ ਨਾ ਚੱਲੀ, ਜੰਤਰ ਨਾ ਚੱਲੀ। ਫਿਰ ਉਹਨਾਂ ਨੇ ਖਬਰ ਦਿੱਤੀ ਮਾਧੋ ਦਾਸ ਨੂੰ ਕਿ ਤੁਹਾਡੇ ਡੇਰੇ ਵਿੱਚ ਇੱਕ ਸ਼ਸਤਰਧਾਰੀ ਸ਼ਖਸੀਅਤ ਆਈ ਹੈ, ਉਹ ਤੁਹਾਡੇ ਪਲੰਘ ਉੱਤੇ ਬੈਠ ਗਈ ਹੈ ਤੇ ਉਹਨਾਂ ਉੱਤੇ ਸਾਡਾ ਕੋਈ ਜ਼ੋਰ ਨਹੀਂ ਚੱਲ ਰਿਹਾ। ਹੁਣ ਮਾਧੋ ਦਾਸ ਵੈਰਾਗੀ ਗੁੱਸੇ ਨਾਲ ਅੱਗ ਬਬੂਲਾ ਹੋਇਆ ਪਿਆ, ਤੇ ਮਾਧੋ ਦਾਸ ਗੁੱਸੇ ਨਾਲ ਅੱਗ ਬਬੂਲਾ ਹੋਇਆ ਆਇਆ, ਡੇਰੇ ਦੇ ਵੱਲ ਨੂੰ ਵਧਿਆ। ਇਹਨੇ ਆਪਣੀਆਂ ਤਾਕਤਾਂ ਵਰਤੀਆਂ, ਕੋਈ ਤਾਕਤ ਨਾ ਚੱਲੀ। ਫੇਰ ਪੁੱਛਣਾ ਕੀਤਾ, ਕਹਿੰਦੇ ਕੌਣ ਹੋ ਤੁਸੀਂ? ਸਤਿਗੁਰਾਂ ਨੂੰ ਪੁੱਛਿਆ ਕੌਣ ਹੋ ਤੁਸੀਂ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ, ਕਹਿੰਦੇ ਮਾਧੋ ਦਾਸ ਅਸੀਂ ਉਹੀ ਜਿਹਨੂੰ ਤੂੰ ਜਾਣਦਾ ਹੈ। ਹੁਣ ਮਾਧੋ ਦਾਸ ਸੁਰਤ ਦਾ ਬੜਾ ਬਰੀਕ ਸੀ, ਇੱਕਦਮ ਨੇਤਰ ਬੰਦ ਕੀਤੇ, ਕਹਿੰਦੇ ਇਹ ਆਵਾਜ਼ ਮੈਂ ਕਨਖਲ ਦੀ ਧਰਤੀ ਉੱਤੇ ਸੁਣੀ ਹੈ। ਹੁਣ ਦੇਖੋ 1695 ਵਿੱਚ ਮਿਲਿਆ ਪਹਿਲਾਂ, ਤੇ ਇਹ 1708 ਦੀ ਘਟਨਾ। ਕਿੰਨੇ ਸਾਲਾਂ ਬਾਅਦ? ਤਕਰੀਬਨ 13 ਸਾਲ ਬਾਅਦ ਮਿਲਿਆ, ਪਰ ਆਵਾਜ਼ ਪਛਾਣ ਲਈ। ਇੱਕਦਮ ਕਹਿਣ ਲੱਗਾ, ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ? ਸਤਿਗੁਰਾਂ ਨੇ ਬਚਨ ਕੀਤੇ, ਕਹਿੰਦੇ ਹਾਂ ਮਾਧੋ ਦਾਸ। ਕਹਿੰਦਾ ਸੱਚੇ ਪਾਤਸ਼ਾਹ ਆ ਮੇਰੇ ਡੇਰੇ ਦਾ ਕੀ ਹਾਲ ਕਰ ਦਿੱਤਾ, ਇਹਦੀ ਮਰਿਆਦਾ ਤੁਸੀਂ ਭੰਗ ਕਰਤੀ, ਇਹਨੂੰ ਭ੍ਰਿਸ਼ਟ ਕਰ ਦਿੱਤਾ, ਇਹਨੂੰ ਮਲੀਨ ਕਰ ਦਿੱਤਾ। ਸਤਿਗੁਰੂ ਕਹਿੰਦੇ ਤੈਨੂੰ ਇਸ ਡੇਰੇ ਦੀ ਬੜੀ ਫਿਕਰ ਹੈ। ਸੰਸਾਰ ਰੂਪੀ ਡੇਰਾ ਜਿਹੜਾ ਮਾਲਕ ਪ੍ਰਭੂ ਦਾ ਘਰ ਹੈ, ਉਹਨੂੰ ਕਿੰਨੇ ਜ਼ੁਲਮ ਕਰਨ ਵਾਲਿਆਂ ਨੇ ਮਲੀਨ ਕੀਤਾ ਹੋਵੇ, ਤੈਨੂੰ ਉਹ ਨਹੀਂ ਦਿਖਾਈ ਦਿੰਦਾ? ਮਾਧੋ ਦਾਸ ਤੈਨੂੰ ਇਸ ਡੇਰੇ ਦਾ ਬੜਾ ਫਿਕਰ ਹੈ, ਪਰ ਜਿੱਥੇ ਫੇਰਾ ਪਾਉਣ ਨਹੀਂ ਆਇਆ ਉੱਥੇ ਤੂੰ ਡੇਰਾ ਬਣਾਈ ਜਾਂਦਾ, ਤੇ ਜਿੱਥੇ ਡੇਰਾ ਬਣਨਾ ਚਾਹੀਦਾ ਸੀ ਉੱਥੇ ਤੂੰ ਫੇਰਾ ਵੀ ਨਹੀਂ ਪਾ ਰਿਹਾ ਆਪਣੇ ਅੰਦਰ। ਉਹ ਸੁਰਤ ਨੂੰ ਜਗਾਇਆ ਹੀ ਨਹੀਂ। ਸਤਿਗੁਰਾਂ ਨੇ ਫਿਰ ਇੱਕ ਇੱਕ ਘਟਨਾ ਸੁਣਾਈ, ਕਹਿੰਦੇ ਵੇਖ ਮਾਧੋ ਦਾਸ ਪੰਜਾਬ ਦੀ ਧਰਤੀ ਉੱਤੇ ਮੁਗਲ ਹਕੂਮਤ ਵੱਲੋਂ ਕਿੰਨਾ ਵੱਡਾ ਜ਼ੁਲਮ ਕੀਤਾ ਜਾ ਰਿਹਾ, ਕਿੰਨੀ ਜ਼ੁਲਮ ਦੀ ਹਨੇਰੀ ਢਾਈ ਜਾ ਰਹੀ ਹੈ, ਤੇ ਤੂੰ ਉਸ ਡੇਰੇ ਨੂੰ ਛੱਡ ਕੇ ਰੱਬ ਦਾ ਘਰ ਹੈ, ਇਹ ਤੇ ਤੇਰਾ ਛੋਟਾ ਜਿਹਾ ਘਰ ਹੈ, ਪਰ ਰੱਬ ਦਾ ਘਰ ਸਾਰੀ ਕਾਇਨਾਤ ਨੂੰ ਮਲੀਨ ਕੀਤਾ ਜਾ ਰਿਹਾ, ਤੇ ਉਸ ਮਲੀਨ ਕੀਤੇ ਹੋਏ ਰੱਬ ਦੇ ਘਰ ਨੂੰ ਪਵਿੱਤਰ ਬਣਾਉਣ ਲਈ ਉਹਨਾਂ ਜ਼ਾਲਮਾਂ ਨੂੰ ਸੋਧਣਾ ਹੈ। ਹੁਣ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕੀਤੇ, ਇਹ ਚਰਨਾਂ ਤੇ ਢਹਿ ਪਿਆ, ਸੱਚੇ ਪਾਤਸ਼ਾਹ ਮੈਂ ਤੁਹਾਡਾ ਬੰਦਾ। ਹੁਣ ਸਤਿਗੁਰਾਂ ਨੇ ਅੱਗੇ ਵਚਨ ਕੀਤੇ, ਕਹਿੰਦੇ ਬੰਦਾ ਹੋਏ ਸੋ ਬੰਦਗੀ ਕਹੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ
नाही। बंदे बंदगी इख्तियार, साहिब रोज धरों के प्यार। कहते तू बंदा कहना पर बंदे दा फर्ज भी बनता है समाज दे प्रति, संसार दे प्रति। उस फर्ज के उत्ते तू भगौड़ा होके इत्थे जोगी बन के बैठ गया, फर्जां नूं कौन निभाएगा? हुण इहने सतगुरां दे चरण फड़ ले, कहंदा सच्चे पातशाह हुक्म करो बस मैनूं। सतगुरु कहंदे हुक्म तय कर दिंदे, पर जिहड़ी शस्त्र ते शास्त्रां दी कला नूं छड्ड चुके हैं ਉਹ ਦੁਬਾਰਾ तेरे अंदर उजागर करनी पएगी। ਜਿਹੜੀ ਮਲੀਨ कर चुके हैं कला ਨੂੰ ਉਹਨੂੰ ਦੁਬਾਰਾ ਉਜਾਗਰ ਜਾਗਰਤ करना पएगा। सतगुरु हुक्म करो। सतगुਰਾਂ ने ਇੱਥੇ ਆਖਰੀ ਵਾਰ ਅੰਮ੍ਰਿਤ ਦਾ ਭੱਟਾ ਤਿਆਰ ਕਰਵਾਇਆ। ਉਸ ਅੰਮ੍ਰਿਤ ਦੇ ਵਾਟੇ ਵਿੱਚੋਂ ਅੰਮ੍ਰਿਤ ਛਕਣਾ ਕੀਤਾ। ਸਤਗੁਰਾਂ ਨੇ ਇਹਦਾ ਨਾਮ ਗੁਰਬਖਸ਼ ਸਿੰਘ ਰੱਖਿਆ। ਅੰਮ੍ਰਿਤ ਛਕਾ बंदा सिंह बहादुर का नाम पिया, क्योंकि इन्हें अपने आप को सतगुरां दा बंदा कीता सी कि मैं सतगुरु तुहाडा बंदा सिंह। ते सतगुरां ने इहनूं बहादुर दा खिताब भी दिता, पर यह भाग गया। पहला इहदी जीवन दी रंगत ये तन माया पाहिया प्यारी दी खेड़ सी, लितड़ा लब रंगाई। ते हुण इहदा जिहड़े अंदर दी रंगत है काया रंगण जेथिए प्यारे पाइए नाओ मजीठ। हुण पक्का रंग चाढ़ रहे ने सतगुरु जी। ऐसा पक्का रंग चाढ़ के सतगुरां ने इस बाबा बंदा सिंह बहादुर नूं इहदे नाल 5 सिंह दिते। भाई कान सिंह, भाई विनोद सिंह, भाई राण सिंह, भाई दरबारा सिंह। ये 5 सिंह सतगुरां ने नाल दिते इस बंदा सिंह बहादुर दे। एक खंडा सतगुरां ने दिता। इत्थे कसौटी लाई सतगुरां ने बंदा सिंह दे उत्ते। ਉਹ खंडा जिस खंडे नाल खालसे पंथ नूं साजिया सी 1699 दी विसाखी ते, ਉਹ खंडा सतगुरां कोल सी। सतगुरां ने इस बंदा सिंह बहादुर नूं ਉਹ खंडा भेंट कीता। ਇਹ बंदा सिंह बहादुर ਉਹ खंडा पहन के बाहर आया ते जदों बाहर आया ਸਿੰਘਾਂ ने फड़ लिया ਇਹਦੇ ਕੋਲੋਂ खंडा ते सतगुरां कोल फेर पेश हो गया। सच्चे पातशाह इधरों तुसीं खंडा दिंदे हो खो लैंदे आ ਤੁਹਾਡਾ ਦਿੱਤਾ ਹੋਇਆ खंडा। सतगुरु कहंदे ਇਹ ਖਾਲਸੇ ਦਾ ਹੈ खंडा। असल विच असीं इह खेड वरताई सी कि 5 प्यारियां दे अधीन रहना, किते अपना हुक्म ना चलाउण लग जाए। 5 दे अधीन रहना, 5 प्यारियां दी सलाह नाल कोई भी कारज करना, किसी कारज विच विघन नहीं पएगा। गुरु नूं संग करके जानी। अज जे तू गुरु दी दित्ती होई चाली उत्ते चलण लगਿਆ, याद रखी इस रस्ते उत्ते कोई सुख नहीं मिलना। इत्थे जो तो प्रेम खिलन का चाओ, सिर धर तली गली मेरी आम। इत मार्ग पैर धरीजै, सिर दीजै कान ना कीजै। इत्थे ते खेड इह वरतनी है। एक एक पैर उत्ते तैनूं कसौटियां लगणियां ने ते छोटी जी कसौटी लगाई। सतगुरां ने नाल 5 सिंह दिते, 5 तीर दिते। सतगुरां ने पंजाब दे सिखां दे नाम हुक्मनामा दिता। हुण समा अपनी तौर तरिया सतगुरां दे चरणां दा ओट आसरा लेके पंजाब दी धरती उत्ते आया। इहने मुगल हुकूमत दी जड़ हिला के रख दित्ती। सारी हुकूमत नूं भाजड़ा पा दित्तियां। इत्थों तक बहादुर शाह नूं भाजड़ा पा दित्तियां। बहादुर शाह जिहड़ा कहंदा सी मेरा राज भाग सारे पासे चलदा है, इस बाबा बंदा सिंह बहादुर ने ओहदे सारे राज नूं हिला के रख दित्ता। अखीरी समय बहादुर शाह 1712 विच पागल हो गया सी। बाबा बंदा सिंह बहादुर दे कारनामे दे के ये अपने मुख तो कहन लग पिया सी। कहंदा जे मैं गुरु गोबिंद सिंह जी दा वचन मान लैंदा, जे मैं जुल्म करन वालियां नूं गुरु गोबिंद सिंह जी दे अगे भेंट कर दिंदा, शायद आ मेरा राज भाग बच जांदा, जिउंदा रह जांदा। इस सतगुरां दे भेजे होए एक बंदे ने साडा सारा राज तहस नहस करके रख दित्ता है। और बाबा बंदा सिंह बहादुर ने जिम्मेदारी राज नूं खत्म किया है कि जेड़ा वाएगा वही खाएगा। ये नहीं कि वाए कोई होर ते खाए कोई होर। आज फिर माफ करना वही चीज चल रही है। वाह किसान रहे ने, खा आड़ती रहे ने। आज वही खेड चल रही है। मेहनत किसान करदा ते ओदा मुल सेंट्रल गवर्नमेंट पाउंदी है। आ मक्की दा रेट 600 रुपए हुशियारपुर दी खेड है, पता लगे की रेट है। रेट वो तय कर रहे हैं ऊपर बैठे आड़ती है। मेहनत पता नहीं कि मेहनत कितनी लगी है इस फसल को तैयार करने, पर नहीं जागृति नहीं साडे विच। बाबा बंदा सिंह बहादुर ने जागृति नहीं आंदी। इत्थों तक जिथे हिंदू सिख बने
बहुत सारे मुसलमान भी उस वेले सिख बन गए सन बाबा बंदा सिंह बहादुर दी, क्योंकि वो बाबा बंदा सिंह बहादुर दी फौज विच भर्ती होण नूं माण समझदे सन। वो समझदे सन कि बाबा बंदा सिंह बहादुर दे नाल जदों असीं चलदे हां 5 नमाज़ां दी सानूं खुद दिंदा है और दूजियां नालों तनख्वाह सानूं ज्यादा दिंदा है बाबा बंदा सिंह बहादुर। ऐसा राज कायम किया। फिर राज विच सिक्का अपनी नाम दा नहीं चलाया। सिक्का जद बर हर दो आलम नानक कहते गुरु नानक साहब नानक तेग साहिब वाहिब अस्ता। गुरु नानक साहब दी तेग दे नाम दा सिक्का बाबा बंदा सिंह बहादुर ने चलाया। गुरु गोबिंद सिंह जी दे नाम दा सिक्का बाबा बंदा सिंह बहादुर ने चलाया। जुल्मी राज सढौरे समाणे फिर सरहंद 1710 विच फतेह कर ली। 1712 विच फ्रैक्शियर बादशाह जिहड़ा क्योंकि 1200 जिहड़ा 1712 सी इहदे विच बहादुर शाह चढ़ाई कर गया पागल होके। बहादुर शाह दे 4 बच्चे सन। उन्हां 4 बच्चियां विच जंग छिड़ गई राज तख्त लैण लई कि मैं राजा बनना मैं राजा बनना। उन्हां विचों एक दूजे नूं मार धाड़ दे विच सिर्फ एक बच्चा जहांदार खान। हुण जहांदार जिहड़ा सी ਇਹ ਬਾਦਸ਼ਾਹ ਬਣਿਆ ਸਿਰਫ 8 ਮਹੀਨੇ ਰਿਹਾ ਬਾਦਸ਼ਾਹ ਦੀ ਹਕੂਮਤ ਦੇ ਵਿੱਚ ਤੇ ਇਹਨੇ ਕਹਿੰਦੇ 2.5 ਮਹੀਨੇ ਇਸ ਬਹਾਦਰ ਸ਼ਾਹ ਦੀ ਲਾਸ਼ ਰੁਲਦੀ ਰਹੀ ਸੀ। ਇਹਨੂੰ ਦਫਨਾਇਆ ਨਹੀਂ ਗਿਆ ਸੀ। ਦਫਨਾਉਣਾ ਕਿੱਥੇ ਸੀਗਾ ਇਹਨੇ ਆਪਣੀ ਜਗ੍ਹਾ ਮੁਕਰਰ ਕੀਤੀ ਸੀਗੀ ਕੁਤਬਦੀਨ ਖਵਾਜਾ ਬਖਤਿਆਰ ਕਾਕੀ ਮਹਿਰੌਲੀ ਦੇ ਵਿੱਚ ਦਿੱਲੀ ਵਿੱਚ ਪੈਂਦਾ ਇੱਕ ਰੋਜ਼ਾ ਸ਼ਰੀਫ। ਇਹ ਵੱਡੇ ਬੰਦੇ ਰੋਜ਼ਿਆਂ ਦੇ ਵਿੱਚ ਕਿਉਂ ਆਪਣੇ ਆਖਰੀ ਸਮੇਂ ਲਈ ਜਗ੍ਹਾ ਖਰੀਦਦੇ ਸਨ ਕਿ ਸਾਨੂੰ ਉੱਥੇ ਦਫਨਾਇਆ ਜਾਵੇ, ਉਹਦੇ ਨੇੜੇ ਦਫਨਾਇਆ ਜਾਵੇ। ਕਾਰਨ ਸੀ ਉਹਦੇ ਪਿੱਛੇ ਇਹ ਕਹਿੰਦੇ ਜਦੋਂ ਕਿਆਮਤ ਦਾ ਦਿਨ ਆਏਗਾ ਨਾ ਤੇ ਉਦੋਂ ਪੀਰ ਨੂੰ ਵੀ ਉਠਾਇਆ ਜਾਏਗਾ ਤੇ ਜਦੋਂ ਅਸੀਂ ਪੀਰ ਦੇ ਨੇੜੇ ਹੋਵਾਂਗੇ ਤੇ ਅਸੀਂ ਆਪਣੇ ਆਪ ਨੂੰ ਬਖਸ਼ੇ ਜਾਵਾਂਗੇ ਉਹਦੇ ਨਾਲ। ਇਹਨਾਂ ਦਾ ਇੱਕ ਲਾਲਚ ਸੀ ਕਿ ਮਹਿੰਗੇ ਮੁੱਲ ਦੇ ਉੱਤੇ ਵੀ ਉੱਥੇ ਜ਼ਮੀਨ ਖਰੀਦ ਕੇ ਆਪਣੀ ਕਬਰ ਉੱਥੇ ਤਿਆਰ ਕਰਨੀ ਮਰਨ ਤੋਂ ਪਹਿਲੇ ਕਿ ਮੈਨੂੰ ਇੱਥੇ ਦਫਨਾਇਆ ਜਾਏ। ਅੱਜ ਵੀ ਦੇਖ ਲਓ ਸਰਹੰਦ ਚਲੇ ਜਾਓ, ਸਰਹੰਦ ਵਿੱਚ ਜਿਹੜਾ ਰੋਜ਼ਾ ਸ਼ਰੀਫ ਹੈ ਜਿਹੜਾ ਸ਼ੇਖ ਅਹਿਮਦ ਸਰਹੰਦੀ ਦਾ ਉਹਦੇ ਅੰਦਰ ਜਾਓਗੇ ਨਾ ਤੇ ਜ਼ਿਆਦਾਤਰ ਵੱਡੇ ਵੱਡੇ ਅਮੀਰ ਜਾਦੀਆਂ ਦੀਆਂ ਉੱਥੇ ਕਬਰਾਂ ਨੇ, ਬਾਦਸ਼ਾਹਾਂ ਦੀਆਂ ਜਾਂ ਰਾਜ ਘਰਾਣਿਆਂ ਨਾਲ ਜਿਹੜੇ ਸੰਬੰਧ ਰੱਖਦੇ ਨੇ ਉਹਨਾਂ ਦੀਆਂ ਕਬਰਾਂ ਨੇ, ਆਮ ਬੰਦਿਆਂ ਦੀਆਂ ਕਬਰਾਂ ਨਹੀਂ ਉੱਥੇ। ਤੇ ਇਹਦੇ ਪਿੱਛੇ ਇਹਨਾਂ ਦੀ ਮਨੌਤ ਸੀ। ਤੇ ਸਤਿਗੁਰੂ ਕੀ ਕਹਿੰਦੇ? ਸਤਿਗੁਰੂ ਕਹਿੰਦੇ ਏਦਾਂ ਥੋੜੀ ਬਖਸ਼ਿਆ ਜਾਂਦਾ। ਸਤਿਗੁਰਾਂ ਦੇ ਆਪਾਂ ਬਚਨ ਪੜ੍ਹਦੇ ਆ ਕਹਿੰਦੇ ਜਨ ਪਿਸਰ ਪਦਰ ਬਿਰਾਦਰਾ ਕਸ਼ ਨੇਸ ਦਸਤੰਗੀਰ ਆਖਰ ਵਿਅਫਤਮ ਕਸ਼ਨਾ ਦਰਦ ਚੂ ਸ਼ਬਦ ਤਕਵੀਰ। ਕਹਿੰਦੇ ਅੰਤਮ ਸਮੇਂ ਜਿਹੜੇ ਨਮਾਜ਼ ਪੜ੍ਹੀ ਜਾਂਦੀ ਉਹਨੇ ਵੀ ਤੇਰੀ ਬਾਹ ਨਹੀਂ ਫੜਨੀ। ਪੀਰ ਨੇ ਕਿਥੋਂ ਤੇਰੀ ਬਾਹ ਫੜਨਾ ਹੀ ਜੇ ਕਰਮ ਹੀ ਤੇਰੇ ਠੀਕ ਨਾ ਹੋਏ। ਬਾਹ ਤੇ ਤੇਰੇ ਕਰਮਾਂ ਨੇ ਫੜਨੀ ਹੈ ਤੇ ਜੇ ਕਰਮ ਹੀ ਠੀਕ ਨਾ ਕੀਤੇ ਤੇ ਬਾਹ ਕਿਸੇ ਨੇ ਵੀ ਨਹੀਂ ਫੜਨੀ। ਸਤਿਗੁਰਾਂ ਨੇ ਮਨੌਤ ਦਿੱਤੀ। 2.5 ਮਹੀਨੇ ਬਾਅਦ ਇਹਨੂੰ ਦਫਨਾਇਆ ਗਿਆ ਸੀ ਔਰ 8 ਮਹੀਨੇ ਇਸ ਬਹਾਦਰ ਸ਼ਾਹ ਦਾ ਪੁੱਤਰ ਜਿਹੜਾ ਰਾਜ ਸਿੰਘਾਸਨ ਉੱਤੇ ਬੈਠਾ। ਇਸ ਤੋਂ ਬਾਅਦ ਬਹਾਦਰ ਸ਼ਾਹ ਦਾ ਭਤੀਜਾ ਫਰਖਸ਼ੀਅਰ ਕੌਣ ਸੀ? ਫਰਖਸ਼ੀਅਰ ਬਾਦਸ਼ਾਹ ਜਿਹੜਾ ਬਣਿਆ ਇਹ ਬਹਾਦਰ ਸ਼ਾਹ ਦਾ ਭਤੀਜਾ ਸੀ ਰਿਸ਼ਤੇ ਵਿੱਚ ਸਕਾ, ਕਿਉਂਕਿ ਪੁੱਤਰਾਂ ਤੋਂ ਸੰਭਾਲੀ ਨਹੀਂ ਗਈ ਰਾਜਗੱਦੀ। ਪੁੱਤਰ ਅਯਾਸ਼ੀ ਦੇ ਰਸਤੇ ਉੱਤੇ ਚੱਲ ਪਏ। ਫਿਰ ਭਤੀਜਾ ਫਰਖਸ਼ੀਅਰ ਬਣਿਆ ਬਾਦਸ਼ਾਹ। ਹੁਣ ਐਸੀ ਖੇਡ ਵਰਤੀ। ਇੱਥੇ ਇੱਕ ਹੋਰ ਬੇਨਤੀ ਕਰਦੀਆਂ ਮਾਤਾ ਸੁੰਦਰ ਕੌਰ ਜੀ ਔਰ ਮਾਤਾ ਸਾਹਿਬ ਕੌਰ ਜੀ ਦਿੱਲੀ ਵਿੱਚ ਰਹਿੰਦੇ ਨੇ। ਉਹਨਾਂ ਨੇ ਇੱਕ ਪੁੱਤਰ ਬਣਾਇਆ, ਮੁਤਵੰਨਾ ਪੁੱਤਰ ਬਣਾਇਆ ਸੀ ਅਜੀਤ ਸਿੰਘ, ਜਿਹਨੂੰ ਪਾਲਤੇ ਪੁੱਤਰ ਕਹਿੰਦੇ ਸਨ। ਇਹ ਅਜੀਤ ਸਿੰਘ ਪਾਲਤੀ ਪੁੱਤਰ ਕੁਝ ਸਮੇਂ ਬਾਅਦ ਕਹਿਣੇ ਤੋਂ ਬਾਹਰ ਹੋ ਗਿਆ ਸੀ। ਇਹਨੇ ਬੜੀ ਵੱਡੇ ਪੱਧਰ ਤੇ ਰਾਜ ਜਿਹੜੇ ਰਾਜਨੀਤਿਕ ਲੋਕ ਸਨ ਉਹਨਾਂ ਦੇ ਤਲਵੇ ਚੱਕਣੇ ਸ਼ੁਰੂ ਕਰ ਦਿੱਤੇ ਸਨ। ਇਹਨੇ ਕੁਝ ਗਲਤ ਹੁਕਮਨਾਮੇ ਵੀ ਜਾਰੀ ਕੀਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ। ਉਹ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਦੇ ਨਾਮ ਹੇਠ ਹੁਕਮਨਾਮੇ ਇਹਨੇ ਜਾਰੀ ਕੀਤੇ ਤੇ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਨੂੰ ਪਤਾ ਹੀ ਨਹੀਂ, ਕਿਉਂਕਿ ਬਹਾਦਰ ਸ਼ਾਹ ਦੀ ਖੇਡ ਸੀ। ਜਿਹੜੇ ਰਾਜ ਤਖਤ ਉੱਤੇ ਬੈਠੇ ਸੀ ਉਹ ਕਹਿੰਦੇ ਸਾਡੇ ਅਧੀਨ ਹੀ ਹੈ, ਇਹ ਕੋਈ ਵੱਖਰਾ ਥੋੜੀ ਹੈ। ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਮਤਵੰਨਾ ਪੁੱਤਰ ਹੈ ਪਰ ਇਸ ਟਾਈਮ ਇਹ ਸਾਡੀ ਅਧੀਨਗੀ ਕਬੂਲਦਾ, ਇਹਨੂੰ ਵਰਤੋ। ਉਹਨਾਂ ਨੇ ਵਰਤਿਆ। ਫਿਰ ਅੰਮ੍ਰਿਤਸਰ ਦੀ ਧਰਤੀ ਉੱਤੇ ਕੁਝ ਸਮੇਂ ਲਈ ਬੰਦਈ ਤੇ ਤਖਤ ਖਾਲਸਾ ਦੀ ਪਾੜ ਵੀ ਪਾਉਣੀ ਚਾਹੀ ਹੁਕਮਨਾਮਾ ਹੈ। ਹੁਣ ਬਾਬਾ ਬੰਦਾ ਸਿੰਘ ਬਹਾਦਰ ਉਹ ਸਮਾਂ ਆ ਗਿਆ 1715 ਦਾ।
क्योंकि राज तख्त बैठ गए, सारे पासे हलचल मच गई। हुण बाबा बंदा सिंह बहादुर नूं फड़दियां पहला बहादुर शाह मर गया, उस तो बाद हुण फरखशीर ने जोर ला दिता। बाबा बंदा सिंह बहादुर का मुकाबला कलानौर की धरती उत्ते होया, बटाले की धरती उत्ते होया। अगे वधदे गए फिर गुरदास नंगल दी गढ़ी, ये हवेली सी कच्ची, इस हवेली का मालक सी दुनी चंद। दुनी चंद देखो दो हुए ने, दो क्यों मैं ते तीन चार कहांगा। दुनी चंद एक वो भी दुनी चंद जिहड़ा आनंदपुर साहिब की धरती तो कंध टप के भज गया सी हाथी का मुकाबला करन तो। एक दुनी चंद ये है जिहड़ा गुरदास नंगल दी गढ़ी सतगुरां दे चरणां विच भेटा करदा है। सच्चे बाबा बंदा सिंह बहादुर दे चरणां विच भेटा करदा है कि इत्थे रोको, कृपा करो, इत्थे मुकाबला कर लो तुसीं। हुण भाई कान सिंह, भाई विनोद सिंह, भाई बाज सिंह बेअंत सिख ने, पर ये सिख गिणती दे ने ते फौज कितनी है? 60,000 की गिणती की फौज ने घेरा पाया। उहदे विच पहाड़ी राजे भी ने, अजमेर चंद जिहड़ा भीम चंद, दीप चंद का पुत्र भीम चंद का पुत्र अजमेर चंद, इन्हें भी घेरा पाया। कटौचिया राजा उन्हें भी घेरा पाया। फिर अब्दुल समद खान इन्हें भी घेरा पाया। फिर अब्दुल समद खान का पुत्र सी जकरिया खान। ये जकरिया खान वो कल मैं एक और बेनती कर दिया कि कल भाई तारू सिंह का शहीदी दिहाड़ा सी। भाई तारू सिंह नूं शहीद करने वाला जकरिया खान नहीं, जिन्हें सन 1745 दे विच भाई तारू सिंह नूं आख्या सी कि मैं तेरे केस अपनी जुतियां नाल झाड़ दियांगा। भाई तारू सिंह आखण लगे, कहंदे फिर तेरा हाले वाह नहीं पिया सिंह नाल, तो केसां नूं जुती लाउण दी कहना मैं तैनूं जुती नाल अगे ला के लेके जाऊंगा, मेरा वचन रिहा तेरे नाल। 1745 विच पहला ये जकरिया खान मरिया सी बन पैण करके, फिर भाई तारू सिंह ने शहादते जाम पीता सी। ये जकरिया खान इत्थे है। अब्दुल समद खान का एक पुत्र है, उस्मान खान इत्थे, करीमुद्दीन खान, इन्हां सारियां ने घेरा पाया। हुण इस घेरे तो जदों घेरा शुरू होया ना मार्च महीने विच, उस वेले ही भाई कान सिंह, भाई विनोद सिंह कुछ सिंघां नूं लैके, क्योंकि उस गढ़ी विच लुकण लई सिर्फ 1000 बंदा उस गढ़ी विच लुक सकदा सी बस, ते ये 5000 की गिणती विच सन। कई इन्हां ने इतिहास बिगाड़िया भी, कईयां ने वो कहंदे जी इन्हां दी आपस विच लड़ाई हो गई, फिर वो साथ छड्ड के चले गए। नहीं, साथ नहीं छड्ड के गए, वो पहले ही हजे महीना कोया सी घेरा पैंदियां नूं, हजे 4 दीवारी उच्ची कर सन उस गढ़ी दी, ते भाई विनोद सिंह, भाई कान सिंह ने वचन कीते सन कि असीं फिर आ जिहड़े बाकी सिंह नहीं समा सके, इन्हां नूं लैके अगे चल पैंदे हां। ते बाबा बंदा सिंह बहादुर ने रजामंदी दित्ती सी, कहंदे ठीक है जिवें तुसीं ठीक समझो, इस समय ते बचाव करन दे विच बचाव है। हुण वो अगे चले गए, नाले कहंदे एक जथा बाहर हो जाएगा थोड़ा, ते आपां बाहरों भी ते अंदरों भी मुकाबला करते रहांगे। ते इस ढंग नाल इतिहास जिहड़ा बनाया। हुण कहंदे 8 महीने लगातार इस गुरदास नंगल दी गढ़ी नूं घेरा पाई रखिया। हुण इस गढ़ी विचों कुछ सिंह बाहर आउंदे ने, हमला करदे ने, कुछ जो कुछ मिलदा लै जांदे ने गढ़ी दे अंदर। हुण 8 महीने 60,000 की फौज है घेरा पाउण वाली। ਉਹ 60,000 ਦੀ ਫੌਜ ਦਾ ਜਿੱਥੇ ਦਾ ਲੱਗਦਾ ਸਿੰਘਾਂ ਨੂੰ ਦਬੋਚਦੇ ਨੇ, ਪਰ ਸਿੰਘ ਫੇਰ ਵੀ ਇਹਨਾਂ ਨੂੰ ਮਾਰਦਿਆਂ, ਕੁਰਬਾਨੀਆਂ ਦਿੰਦਿਆਂ, ਇਹਨਾਂ ਨੂੰ ਲੁੱਟ ਖਸੁੱਟ ਕਰਕੇ ਫਿਰ ਵਾਪਸ ਗੜੀ ਵਿੱਚ ਚਲੇ ਜਾਂਦੇ ਨੇ। ਕੁਝ ਸਮਾਂ ਤੇ ਚੱਲਦਾ ਗਿਆ, 6 ਮਹੀਨੇ ਦਾ ਸਮਾਂ ਨਿਕਲ ਗਿਆ। ਹੁਣ ਘੇਰਾ ਲੰਮਾ ਪੈ ਗਿਆ, ਲੰਮਾ ਪੈਣ ਕਰਕੇ ਫੌਜ ਜਿਹੜੀ ਉਹ ਡਰਨ ਲੱਗ ਪਈ। ਕਹਿੰਦੇ ਇਹ ਬੰਦਾ ਸਿੰਘ ਬਹਾਦਰ ਇਹ ਕਰਮਵਾਤੀ ਹੈ, ਇਹ ਕਿਤੇ ਕਰਮਾਤ ਕਰਕੇ ਕੋਈ रूप वटा के ना बाहर निकल जाए। जे उस गढ़ी दे विचों कोई कुत्ता, कोई बिल्ला, कुछ भी निकलना, कोई जानवर भी निकलना ना, ते उसे वेले इन्हां फौज दे सिपाहियां ने ओनू दबोच लेना, ओदे टुकड़े टुकड़े कर देने कि किते बंदा सिंह बहादुर रूप वटा के ना जा रहा हो। इन्ना इन्हां दे डर अंदर डर फैलिया होया सी, ते इह अरज़ोइयां करदे सन, हे अल्लाह ताला किरपा कर दे किते निकल ही जाए इस गढ़ी चों, किसी तरह निकल जाए, साथ छड़ दे, साडी जान बख्श होवे, नहीं ते पता नहीं कदों साडी जान इत्थे चली जानी है इहदे हथों। डरदे सन ਸਿੰਘਾਂ दे रोब तो। फिर 8 महीने का समा बतीत होया।
ਦਸੰਬਰ ਦਾ ਪਹਿਲਾ ਹਫਤਾ ਆ ਗਿਆ। 7 ਦਸੰਬਰ ਸਨ 1715 ਦੇ ਵਿੱਚ ਇਸ ਗੜੀ ਦੇ ਫਿਰ ਦਰਵਾਜ਼ੇ ਖੋਲ ਦਿੱਤੇ ਗਏ, ਕਿਉਂਕਿ ਸਾਰੇ ਸਿੱਖ ਨਿਢਾਲ ਹੋ ਗਏ ਭੁੱਖ ਦੇ ਦੁੱਖ ਤੋਂ, ਨਿਢਾਲ ਹੋ ਗਏ। ਕੁਝ ਸਿੰਘ ਸ਼ਹੀਦੀਆਂ ਵੀ ਪਾ ਗਏ ਉੱਥੇ, ਫਿਰ ਬਿਮਾਰੀ ਵੀ ਫੈਲ ਗਈ ਭੁੱਖ ਦੇ ਦੁੱਖ ਨਾਲ। ਫਿਰ ਕਹਿੰਦੇ ਹੁਣ ਕੁਰਬਾਨੀ ਲਈ ਸਾਰੇ ਤਿਆਰ ਹੋ ਜਾਓ। ਹੁਣ ਕੁਝ ਸਿੰਘ ਉੱਠ ਕੇ ਮੁਕਾਬਲਾ ਕਰਨ ਲੱਗੇ ਤੇ ਉਹ ਸਾਰੇ ਫੌਜ ਦੇ ਹੱਥੋਂ ਮਾਰੇ ਗਏ। ਕੁਝ ਸਿੰਘ ਜਿਹੜੇ ਨਿਢਾਲ ਹੋਏ ਪਏ ਸਨ ਉਹਨਾਂ ਨੂੰ ਫੜ ਲਿਆ ਗਿਆ ਇਸ ਗੁਰਦਾਸ ਨਗਰ ਦੀ ਗੜੀ ਤੇ। ਇਹ ਦਸੰਬਰ ਦੇ ਪਹਿਲੇ ਹਫਤੇ ਦੀ ਘਟਨਾ ਹੈ। ਤੇ ਜਦੋਂ ਗੜੀ ਨੂੰ ਸਰ ਕੀਤਾ, ਬੰਦਾ ਸਿੰਘ ਬਹਾਦਰ ਉਹਦੇ ਸਾਥੀਆਂ ਨੂੰ ਕੈਦ ਕਰ ਲਿਆ ਗਿਆ। 200 ਸਾਥੀ ਇੱਥੋਂ ਕੈਦ ਕੀਤੇ, 300 ਸਿੰਘ ਸ਼ਹੀਦ ਹੋ ਗਏ ਥੇ, ਕਿਉਂਕਿ ਜਿਹੜਾ ਮਾੜਾ ਜਿਹਾ ਵੀ ਹਿਲਿਆ ਉਸੇ ਵੇਲੇ ਫੌਜ ਨੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ, ਸ਼ਹਾਦਤ ਤੇ ਜਾਮ ਪੀ ਲਿਆ ਉਹਨਾਂ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕਰ ਲਿਆ ਗਿਆ। ਕੈਦ ਕਰਕੇ ਇਥੋਂ ਲਾਹੌਰ ਦੀ ਧਰਤੀ ਵੱਲ ਲਿਜਾਇਆ ਗਿਆ। ਹੁਣ ਅਬਦੁਲ ਸਮਦ ਖਾਨ ਨੇ ਇਹ ਖਬਰ ਪਹੁੰਚਾਈ ਫਰਖਸ਼ੀਰ ਬਾਦਸ਼ਾਹ ਨੂੰ ਦਿੱਲੀ, ਤੇ ਫਰਖਸ਼ੀਰ ਬਾਦਸ਼ਾਹ ਇੰਨਾ ਖੁਸ਼ ਹੋਇਆ, ਉਹਨੇ ਸਿੱਕੇ ਵੰਡੇ, ਉਹਨੇ ਲੱਡੂ ਵੰਡੇ ਦਿੱਲੀ ਦੇ ਵਿੱਚ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਫੜਿਆ ਗਿਆ, ਸਾਡੇ ਹੱਥ ਲੱਗ ਗਏ। ਉਹ ਬੜਾ ਖੁਸ਼ ਹੋਇਆ, ਕਹਿੰਦਾ ਸਾਰੇ 2-2 ਨਮਾਜ਼ਾਂ ਗੁਜ਼ਾਰੋ, ਸ਼ੁਕਰਾਨਾ ਕਰੋ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਫੜਿਆ ਗਿਆ, ਬੰਦਾ ਸਿੰਘ ਬਹਾਦਰ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ, ਪਿੰਜਰੇ ਵਿੱਚ ਪਾਇਆ, ਔਰ ਉਸ ਪਿੰਜਰੇ ਵਿੱਚ ਹਰ ਪਾਸੇ ਸੂਏ ਲੱਗੇ ਹੋਏ ਸਨ। ਤੇ ਹਾਸੋ ਹੀਣੇ ਜੀ ਉਹਦੀ ਸ਼ਕਲ ਬਣਾਤੀ, ਪਹਿਰਾਵਾ ਐਸਾ ਪਹਿਨਾਇਆ ਬਾਬਾ ਬੰਦਾ ਸਿੰਘ ਬਹਾਦਰ। ਪਿੱਛੇ ਇੱਕ ਕਿਰਪਾਨ ਲੈ ਕੇ ਜਲਾਦ ਨੂੰ ਖੜਾ ਦਿੱਤਾ, ਜੇ ਇਹ ਪਿੰਜਰਾ ਲੈ ਕੇ ਉੜਨਾ ਚਾਹੇ ਤੇ ਉਸੇ ਵੇਲੇ ਇਹਨੂੰ ਇਸ ਕਿਰਪਾਨ ਦੇ ਨਾਲ ਮੌਤ ਦੇ ਘਾਟ ਉਤਾਰ ਦੇਣਾ, ਹੁਕਮ ਜਾਰੀ ਕੀਤਾ ਇਸ ਤੇ ਉਸ ਪਿੰਜਰੇ ਨੂੰ ਹਾਥੀ ਨਾਲ ਬੰਨਿਆ ਗਿਆ ਕਿ ਕੱਲਾ ਪਿੰਜਰਾ ਨਾ ਉੜੇ, ਹਾਥੀ ਨੂੰ ਵੀ ਲੈ ਕੇ ਉੜੇ, ਨਾਲ ਉੜ ਨਹੀਂ ਸਕੇਗਾ, ਇੰਨਾ ਡਰ ਸੀ ਇਹਨਾਂ ਦੇ ਅੰਦਰ। ਹੁਣ ਕਹਿੰਦੇ ਫਰਵਰੀ ਮਹੀਨੇ ਤੱਕ ਲਾਹੌਰ ਦੇ ਵਿੱਚ ਰੱਖਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ। ਇਧਰ ਫਰਖਸ਼ੀਰ ਨੇ ਹੁਕਮ ਭੇਜਦਾ, ਕਹਿੰਦੇ ਉੱਥੇ ਨਾ ਰੱਖੋ, ਇਹਨਾਂ ਸਾਰਿਆਂ ਨੂੰ ਦਿੱਲੀ ਲਿਆਓ। ਦਿੱਲੀ ਲਿਆਂਦਾ ਜੇ ਇੱਥੇ ਸਜ਼ਾਵਾਂ ਦਿੱਤੀਆਂ ਜਾਣਗੀਆਂ। ਹੁਣ ਜ਼ਕਰੀਆ ਖਾਨ, ਅਬਦੁਲ ਸਮਦ ਖਾਨ ਤੇ ਇਹ ਸਾਰੇ ਜਿੰਨੇ ਵੀ ਸਿਪੇ ਸਲਾਰ ਸਨ, ਇਹ ਕਹਿੰਦੇ ਯਾਰ ਜੇ ਇੰਨੀ ਕੁ ਗਿਣਤੀ ਦੇ ਸਿੰਘ ਲਿਜਾਵਾਂਗੇ ਤੇ ਸਾਡੀ ਤਾਂ ਬੇਇੱਜ਼ਤੀ ਹੈ ਕਿ 200 ਹੀ। ਇੰਨੀ ਫੌਜ ਲਾਈ, ਇੰਨੇ ਰਾਜੇ ਲੱਗੇ ਇਹਨੂੰ ਮੁਕਾਬਲਾ ਕਰਨ ਲਈ, ਤੇ ਗਿਣਤੀ ਦੇ 200 ਬਸ, ਇਹ 200 ਲਈ ਇੰਨੇ ਸਿੰਘ ਲਾਏ, ਇੰਨੇ ਫੌਜ ਲਾਈ। ਫਿਰ ਉਹ ਕਹਿੰਦੇ ਪੂਰੇ ਪੰਜਾਬ ਵਿੱਚੋਂ ਇਸ ਟਾਈਮ ਜਾਓ ਤੇ ਜਿਹੜਾ ਸਿੱਖ ਹੱਥ ਲੱਗਦਾ ਉਹਨੂੰ ਕਤਲ ਕਰਕੇ ਉਹਦਾ ਸਿਰ ਧੜ ਤੋਂ ਅਦਾ ਕਰਕੇ ਲੈ ਕੇ ਆਓ। ਤੇ ਇਹ ਕੈਦ ਕਰਦਿਆਂ ਕਰਦਿਆਂ ਕੁਝ ਨੂੰ ਕਹਿੰਦੇ ਜਿੰਦਾ ਵੀ ਲੈ ਕੇ ਆਓ। 740 ਸਿੰਘ ਹੋ ਗਏ, ਔਰ ਇਤਿਹਾਸ ਕਹਿੰਦੇ 2000 ਸਿੰਘਾਂ ਦੇ ਸੀਸ ਨੇਜਿਆਂ ਤੇ ਟੰਗੇ ਗਏ, ਉਹਨਾਂ ਦੇ ਕੇਸ ਖੋਲ ਦਿੱਤੇ ਗਏ, ਵਿੱਚ ਤੋੜੀ ਭਰ ਦਿੱਤੀ ਗਈ ਤੇ ਨੇਜਿਆਂ ਤੇ ਟੰਗ ਕੇ ਲੈ ਕੇ ਚੱਲੇ ਨੇ ਜਲੂਸ ਇੱਥੋਂ ਲਾਹੌਰ ਤੋਂ ਦਿੱਲੀ ਤੱਕ। 740 ਸਿੰਘ ਤੇ ਉਹ ਸਿੰਘ ਜਿੰਨੇ ਵੀ ਕੈਦ ਕੀਤੇ ਨਾ, ਉਹਨਾਂ ਦੇ ਵਿੱਚੋਂ ਇੱਕ ਦੇ ਚਿਹਰੇ ਉੱਤੇ ਵੀ ਇਹ ਗਿਲਾ ਸ਼ਿਕਵਾ ਨਹੀਂ ਕਿ ਅਸੀਂ ਫੜੇ ਗਏ, ਸਾਨੂੰ ਮਾਰਿਆ ਜਾਏਗਾ, ਸਗੋਂ ਖੁਸ਼ ਨੇ, ਪ੍ਰਸੰਨ ਨੇ। ਉਹਨਾਂ ਦੇ ਚਿਹਰੇ ਖਿੜੇ ਹੋਏ ਨੇ, ਰਸਨਾ ਤੋਂ ਬਾਣੀ ਗਾ ਰਹੇ ਨੇ, ਸਾਰੇ ਪਰਮੇਸ਼ਰ ਦੀ ਇਬਾਦਤ ਕਰ ਰਹੇ ਨੇ। ਬੀਬੀ ਸੁਸ਼ੀਲ ਕੌਰ ਤੇ ਇਸ ਦਾ ਪੁੱਤਰ 4 ਸਾਲ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਸੀ ਅਜੈ ਸਿੰਘ। ਅਜੈ ਸਿੰਘ, ਬੀਬੀ ਸੁਸ਼ੀਲ ਕੌਰ ਜਿਹੜੀ ਇਹ ਚੰਬੇ ਦੇ ਹਾਕਮ ਦੀ ਬੱਚੀ ਸੀ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਵਿਆਹੀ ਸੀ। ਇਹਦੇ ਅੱਗੇ ਪੁੱਤਰ ਪੈਦਾ ਹੋਇਆ ਸੀ ਜਿਹਦਾ ਨਾਮ ਅਜੈ ਸਿੰਘ ਰੱਖਿਆ ਸੀ। ਇਹ ਅਜੈ ਸਿੰਘ ਦੀ ਸ਼ਹੀਦੀ ਵੀ ਦਿੱਲੀ ਵਿੱਚ ਹੋਈ। ਹੁਣ ਇਹ ਸਾਰਿਆਂ ਨੂੰ ਕੈਦ ਕੀਤਾ ਹੋਇਆ। ਜਿਸ ਵੇਲੇ ਸਾਰਿਆਂ ਨੂੰ ਕੈਦ ਕੀਤਾ, ਕੈਦ ਕਰਕੇ ਜਲੂਸ ਦੇ ਰੂਪ ਵਿੱਚ ਇਥੋਂ ਲਾਹੌਰ ਤੋਂ ਦਿੱਲੀ ਵੱਲ ਨੂੰ ਚੱਲੇ। ਰਸਤੇ ਵਿੱਚ ਸਾਰੇ ਠੱਠੇ ਮਸ਼ਕਰੀਆਂ ਕਰ ਰਹੇ ਨੇ, ਕੁਝ ਭੈੜੇ ਬਚਨ ਵੀ ਬੋਲ ਰਹੇ ਨੇ। ਸਿੰਘ ਅੱਗੋਂ ਸਾਰਿਆਂ ਨੂੰ ਕੋਰੀਆਂ ਸੁਣਾ ਵੀ ਦਿੰਦੇ ਨੇ, ਕਹਿੰਦੇ ਤੇ ਭੁੱਖ ਦੇ ਦੁੱਖ ਤੋਂ ਤੁਹਾਡੇ ਹੱਥ ਆ ਗਏ, ਜੇ ਭੁੱਖ ਦਾ ਦੁੱਖ ਨਾ ਤੁਹਾਡੀ ਕੀ ਮਜ਼ਾਲ ਸੀ, ਤੁਸੀਂ ਸਾਨੂੰ ਫੜ ਲੈਂਦੇ, ਤੁਹਾਡੀ ਕੀ ਹਿੰਮਤ ਸੀ, ਤੁਸੀਂ ਸਾਨੂੰ ਜਿਉਂਦਿਆਂ ਨੂੰ ਫੜ ਲੈਂਦੇ। ਕਹਿੰਦੇ ਹੁਣ ਤੁਹਾਨੂੰ ਮਾਰ ਦਿੱਤਾ ਜਾਏਗਾ। ਕਹਿੰਦੇ ਮਰਨ ਤੋਂ ਕੌਣ ਡਰਦਾ ਹੈ, ਇੱਥੇ ਤੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਿਆਸ,
हो सबना की रेणुका तो आओ हमारे पास। हुण कहंदे 29 फरवरी नूं ये सारा जुलूस दिल्ली विच पहुंच गया ते दिल्ली विच घुमाया गया, गली गली विच घुमाया गया। कुछ ने पत्थर भी मारे इन्हां दे उत्ते ते मार्च महीना आ गया। मार्च महीने दे 7 तरीक तो लेके 12 तरीक तक हर रोज चांदनी चौक विच 700 सिंह शहीद कर दिते गए। रोज 100 सिंह शहीद करने और एक पासे कुरान रखनी, एक पासे किरपान रखनी ते नाल काजी ने वचन करने, कहंदे जिन्हों जान बख्शी चाहिए वो कुरान वाले पासे हो जाए ते जेड़ा जान देना चाहुंदा है, मौत दे घाट उतरना चाहुंदा है, वो किरपान वाले पासे हो जाए। हुण एक शहीद कीता, 2 कीते, 3 कीते, 5 कीते, विचों एक बजुर्ग उठ के सामने आया, कहंदा काजी साहब मैं एक बेनती करनी चाहुंदा। कहंदे दसो। कहंदे पहला कसम खाओ कुरान शरीफ दी कि तुसी साडी गल मन्नोगे। हुण ओहदे मन विच कहंदे जरूर ये मंगेगा कि जीवन दान दे दिओ, सारियां बचा लो, सारियां ये मंग होएगी ते मंदी। ਉਹਨੇ ਅੱਗੋਂ ਬਚਨ ਕੀਤੇ, ਕਹਿੰਦੇ ਮੈਂ ਕੁਰਾਨ ਦੀ ਕਸਮ ਖਾਨਾ ਜੋ ਤੁਸੀਂ ਕਹੋਗੇ ਮੈਂ ਉਹ ਮੰਨਾਂਗਾ। ਤੇ ਅੱਗੋਂ ਉਸ ਸਿੰਘ ਸੂਰਮੇ ਨੇ ਕੀ ਆਖਿਆ, ਕਹਿੰਦੇ ਆ ਕੁਰਾਨ ਤੇ ਕਿਰਪਾਨ ਦਿਖਾ ਕੇ ਸਮਾਂ ਵੇਸਟ ਨਾ ਕਰੋ, ਸਮਾਂ ਬਰਬਾਦ ਨਾ ਕਰੋ, ਸਾਡੇ ਕੋਲ ਸਮਾਂ ਨਹੀਂ, ਤੁਸੀਂ ਇਹ ਸਾਰੀਆਂ ਚੀਜ਼ਾਂ ਪਰੇ ਕਰ ਦਿਓ, ਇਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ। ਕਿਸੇ ਨੇ ਵੀ ਕੁਰਾਨ ਵਾਲੇ ਪਾਸੇ ਨਹੀਂ ਜਾਣਾ, ਸਾਰੇ ਕਿਰਪਾਨ ਵਾਲੇ ਪਾਸੇ ਨੇ। ਇਸ ਲਈ ਸਾਰੇ ਸ਼ਹਾਦਤੇ ਜਾਮ ਪੀਣਗੇ। ਪੁੱਛਣ ਦਾ ਤੁਸੀਂ ਐਵੇਂ ਪੁੱਛ ਕੇ ਸਮਾਂ ਬਰਬਾਦ ਨਾ ਕਰੋ, ਸਾਨੂੰ ਗੁਰੂ ਦੀ ਗੋਦ ਵਿੱਚ ਅੱਗੇ ਤੋਂ ਅੱਗੇ ਬਿਠਾਓ ਜਲਦੀ ਤੋਂ ਜਲਦੀ। ਅਸੀਂ ਕਾਹਲੇ ਆ ਇੱਕ ਦੂਸਰੇ ਤੋਂ ਕਿ ਸਾਨੂੰ ਪਹਿਲਾਂ ਸ਼ਹੀਦ ਕੀਤਾ ਜਾਏ। ਉਸ ਬਜ਼ੁਰਗ ਨੇ ਆਖਿਆ, ਕਹਿੰਦਾ ਪਹਿਲਾਂ ਮੈਂ ਬਜ਼ੁਰਗ ਹਾਂ, ਪਹਿਲਾਂ ਮੈਨੂੰ ਗੁਰੂ ਦੀ ਗੋਦ ਵਿੱਚ ਬਿਠਾਇਆ ਜਾਏ, ਇਹ ਨੌਜਵਾਨ ਨੇ ਇਹਨਾਂ ਨੂੰ ਬਾਅਦ ਵਿੱਚ ਬਿਠਾਇਆ ਜਾਏ। ਉਹ ਹੈਰਾਨ ਹੋ ਗਿਆ, ਕਹਿੰਦਾ ਕਿਸ ਮਿੱਟੀ ਦੇ ਬਣੇ ਨੇ ਸਿੱਖ, ਤਸੀਹੇ ਦੇ ਦੇ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਫਿਰ ਵੀ ਮੌਤ ਤੋਂ ਡਰਦੇ, ਫਿਰ ਵੀ ਇਹਨਾਂ ਦੇ ਅੰਦਰ ਖੌਫ ਨਹੀਂ, ਡਰ ਨਹੀਂ ਕਿਸੇ ਪ੍ਰਕਾਰ ਦੇ ਨਾਲ। ਹੁਣ ਉਹਨਾਂ ਵਿੱਚ ਇੱਕ ਨੌਜਵਾਨ ਪੁੱਤਰ ਹੈ ਮਾਂ ਦਾ। ਉਹਦੀ ਮਾਂ ਕਿਸੇ ਤਰ੍ਹਾਂ ਹਾਕਮ ਕੋਲ ਗਈ, ਤਰਲਾ ਲਿਆ ਕਿ ਮੇਰਾ ਪੁੱਤਰ ਸਿੱਖ ਨਹੀਂ, ਉਹਨੂੰ ਬਖਸ਼ ਦਿੱਤਾ ਜਾਏ, ਉਹ ਤੇ ਗਲਤੀ ਨਾਲ ਫੜਿਆ ਗਿਆ। ਹੁਣ ਫਰਕਸ਼ਰ ਬੜਾ ਖੁਸ਼ ਹੋਇਆ, ਕਹਿੰਦਾ ਸ਼ੁਕਰ ਹੈ ਇੱਕ ਤੇ ਮੰਨੂਗਾ ਹੀ, ਉਹਦਾ ਜੇ ਤਾਜ਼ਾ ਵਿਆਹ ਹੋਇਆ ਉਹ ਤੇ ਮੰਨੂਗਾ ਹੀ। ਤੇ ਕਹਿੰਦੇ ਮਾਂ ਜਾਓ ਫਿਰ ਇਹ ਚਿੱਠੀ ਲੈ ਜਾਓ, ਤੁਹਾਡਾ ਪੁੱਤਰ ਕਹਿ ਦੇ ਮੈਂ ਗੁਰੂ ਦਾ ਸਿੱਖ ਨਹੀਂ ਤੇ ਉਹਦੀ ਜਾਨ ਬਖਸ਼ੀ ਕਰਤੀ ਜਾਏਗੀ। ਹੁਣ ਚਿੱਠੀ ਲੈ ਕੇ ਮਾਂ ਗਈ, ਉਸ ਵੇਲੇ ਜਲਾਦ ਦੇ ਨੇੜੇ ਪਹੁੰਚਿਆ ਉਹਦਾ ਪੁੱਤਰ, ਆਵਾਜ਼ ਦਿੱਤੀ ਆ ਮੇਰਾ ਪੁੱਤਰ, ਇਹਨੂੰ ਨਾ ਸ਼ਹੀਦ ਕਰਿਓ, ਇਹਨੂੰ ਨਾ ਕੁਰਬਾਨੀ ਇਹਦੀ ਨਾ ਦਿਓ। ਹੁਣ ਪੁੱਛਣਾ ਕਿ ਤਾਂ ਕਹਿੰਦੇ ਆ ਦੇਖੋ ਮੈਂ ਚਿੱਠੀ ਲੈ ਕੇ ਆਈ। ਉਹ ਚਿੱਠੀ ਤੇ ਲਿਖਿਆ ਹੋਇਆ ਸੀ ਕਿ ਇਸ ਦੇ ਪੁੱਤਰ ਤੋਂ ਪੁੱਛੋ ਕਿ ਇਹ ਕਹਿ ਦੇ ਕਿ ਮੈਂ ਗੁਰੂ ਦਾ ਸਿੱਖ ਨਹੀਂ। ਹੁਣ ਜਦੋਂ ਇੰਨੀ ਗੱਲ ਸੁਣੀ ਨਾ ਪੁੱਤਰ ਨੇ, ਉਹ ਕਹਿੰਦਾ ਤੂੰ ਮੇਰੀ ਮਾਂ ਹੀ ਨਹੀਂ, ਨਾ ਹੋ ਤੇਰਾ ਖੁੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪਰੇ तो हर गुण गाए। कहते मैं गुरु गोबिंद सिंह महाराज जी का पुत्र हाँ ते गुरु गोबिंद सिंह महाराज जी की गोद में बैठना चाहना, मैनू लेट ना करो, ये मेरी मां ही नहीं, मैं इहनूं पछाणदा ही नहीं, जिहड़ी मैनू गुरु तो दूर कर दे, जिहड़ी मैनू गुरु के गोद में बैठण तो इनकारी कर दे, मैं वो मेरी मां ही नहीं हो सकती, मैनू कुर्बानी दिओ। उन्हें उसे वेले जलाद दे अगे सीस कीता, सीस धड़ तो अलग कर दिता, जलाद ने कुर्बानी दे गया पर डोलिया नहीं धर्म तो। 7 दिनों में 700 सिंहां की शहादत हो गई, 40 सिंह अलग कर दिते गए। हुण उन्हां 40 सिंहां नूं कहंदे 3 महीने कैद रखिया गया। इस करके उहदे पिछे कारण सी कि इन्हां तो पुछया जाए जिहड़ा सिखां दा खजाना कित्थे है दबिया होया। हुण सिंहां कोल जिहड़ा खजाना है ਉਹ ਤੇ ਇੱਥੇ ਖਾਂਦੇ ਨੇ, ਖਰਚਦੇ ਨੇ, ਨਾਲ ਰਲ ਮਿਲ ਕੇ ਵੰਡ ਲੈਂਦੇ ਨੇ, ਕੋਈ ਖਜ਼ਾਨਾ ਦੱਬ ਕੇ ਥੋੜੀ ਰੱਖਦੇ ਨੇ। ਇੱਥੇ ਤੇ ਮਾਇਆ ਨੂੰ ਗੁਜ਼ਰਾਨ ਸਮਝਿਆ ਜਾਂਦਾ, ਭਗਵਾਨ ਥੋੜੀ ਸਮਝਿਆ ਜਾਂਦਾ। ਇੱਥੇ ਭੰਡਾਰੀ ਥੋੜੀ, ਇੱਥੇ ਤੇ ਭੰਡਾਰਾ ਵੰਡਣ ਵਾਲੇ ਨੇ, ਉਹਨਾਂ ਨੂੰ ਇਹ ਪਛਾਣ ਨਹੀਂ। 3 ਮਹੀਨੇ ਰੱਖਿਆ ਗਿਆ, ਨਾ ਕੁਝ ਹੱਥ ਆਇਆ। ਜੂਨ ਮਹੀਨਾ ਆ ਗਿਆ, ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ਾ ਸ਼ਰੀਫ ਦੇ ਸਾਹਮਣੇ ਲਿਆਂਦਾ ਗਿਆ ਬੰਦਾ ਸਿੰਘ ਬਹਾਦਰ ਨੂੰ ਅਤੇ ਉਹਦੇ ਸਾਥੀਆਂ ਨੂੰ। ਉਹਨਾਂ ਵਿੱਚ ਬਾਜ ਸਿੰਘ ਸੀ ਤੇ ਬਾਜ ਸਿੰਘ ਨੂੰ ਕੈਦ ਕੀਤਾ ਹੋਇਆ, ਹੱਥਾਂ ਵਿੱਚ ਹੱਥਕੜੀਆਂ, ਪੈਰਾਂ ਵਿੱਚ ਬੇੜੀਆਂ, ਸਾਰਾ ਸਰੀਰ ਜਕੜਿਆ ਪਿਆ ਸੰਗਲਾਂ ਦੇ ਨਾਲ। ਤੇ ਉਹਨੂੰ ਫਰਕਸ਼ਰ ਆਖਣ ਲੱਗਾ, ਕਹਿੰਦਾ ਤੁਹਾਡੇ ਵਿੱਚ ਇੱਕ ਬਾਜ ਸਿੰਘ ਹੈ। ਅੱਜ ਉਹਦੀ ਉਡਾਰੀ ਕਿੱਥੇ ਗਈ? ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਬਾਜ ਹੈ, ਅੱਜ ਉਹਦੀ ਉਡਾਰੀ ਕਿੱਥੇ ਗਈ?
ਤੇ ਭਾਈ ਬਾਜ ਸਿੰਘ ਨੇ ਉਸੇ ਵੇਲੇ ਆਖਿਆ, ਕਹਿੰਦੇ ਬਾਜ ਦੀ ਉਡਾਰੀ ਵੇਖਣੀ, ਇੱਕ ਵਾਰ ਹੱਥ ਖੋਲ। ਤੇ ਫਰਕਸ਼ੀਅਨ ਨੂੰ ਆਪਣੀ ਫੌਜ ਉੱਤੇ ਬੜਾ ਮਾਣ ਹੈ, ਕਹਿੰਦਾ ਵੀ ਕੀ ਕਰ ਲੇਗਾ, ਹੱਥ ਖੋਲ ਦਿਓ। ਹੁਣ ਹੱਥ ਖੋਲੇ ਭਾਈ ਬਾਜ ਸਿੰਘ ਦੇ, ਹੱਥ ਖੋਲਣ ਦੀ ਦੇਰ ਸੀ, ਉਹਦੇ ਸਿਪਾਹੀਆਂ ਕੋਲੋਂ ਹੀ ਕਿਰਪਾਨਾਂ ਫੜ ਕੇ ਮੌਤ ਦੇ ਘਾਟ ਜਦੋਂ 5-7 ਉਤਾਰਤੇ ਨੂੰ ਹੱਥਾਂ ਪੈਰਾਂ ਦੀ ਪੈ ਗਈ, ਪਿੱਲਰ ਦੇ ਪਿੱਛੇ ਜਾ ਕੇ ਲੁਕਿਆ, ਕਹਿੰਦਾ ਫੜੋ 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 ਇਹਨੂੰ। ਤੇ ਬਾਜ ਸਿੰਘ ਅੱਗੋਂ ਆਖਣ ਲੱਗਾ, ਕਹਿੰਦਾ ਵੇਖਣੀ ਨਹੀਂ ਉਡਾਰੀ, ਆ ਜਾ ਮੋਰੇ ਫਰਕਸ਼ੀਅਰ। ਇਹ ਡਰਦਾ ਪਿੱਲਰ ਤੋਂ ਬਾਹਰ ਹੀ ਨਹੀਂ ਆਇਆ, ਪਿੱਲਰ ਦੇ ਪਿੱਛੇ ਹੀ ਲੁਕਿਆ ਰਿਹਾ। ਕਹਿੰਦਾ ਹੁਣ नहीं ये गलती करांगा इन्हां दी उडारी वेखण दी, क्योंकि मुर्शिद इनको बली पयो है, इनको आपे हयात दयो है। ऐसी गयो कलाम बताए हैं जिसते सुदा बनाए ए ले हैं, सो पिलाए सिखन के ताई सियारन ते सिंह लेट बनाई। गजब असर तिसका हम देखा, बुज़दिल होवत शेर भी शिखा। कहंदे बुज़दिलां तो भी शेर बना दिंदा गुरु गोबिंद सिंह दा अमृत। ये अमृत की ताकत है। भाई बाज सिंह नूं शहादते जाम पियाया गया। फिर सारे सिंघां नूं जिस वेले शहादते जाम पिया दिता, अलग अलग ढंग नाल मौत दे घाट उतारिया गया और सारे सिंघां दे शरीर जिहड़े सन वो टुकड़े करके दिल्ली दी 4 दीवारी दे आले दुआले टंगे गए सन। उन्हां दा मांस बिरजा ने खाधा। जे लोग लंघदे सन पत्थर मारदे सन उन्हां दे मांस नूं भी। बाबा बंदा सिंह बहादुर दी शहीदी दिहाड़ा आ गया। बाबा बंदा सिंह बहादुर दा जिस वेले शहीदी दिहाड़ा आया, ओदे सामने हुण ओदे पुत्तर नूं लिआंदा गया, अजय सिंह नूं ओदी गोद विच पा दित्ता गया। जिस वेले गोद विच पाया, एक खंजर लिआंदा जलाद ने ते नाल फरकशीर आखण लगा, कहंदे बहादुर शाह, कहंदे बंदा सिंह आले अपने पुत्तर नूं कतल कर। बाबा बंदा सिंह अगों आखण लगा, कहंदे फरकशीर ये मेरा पुत्र है, जे इहदी जगह तेरा पुत्र भी हुंदा ना ते कोई मैनूं कहंदा कतल कर, कहंदे मैं तेरे पुत्र नूं भी कतल नहीं करना सी, तेरे पुत्र ते भी वार नहीं करना सी। मेरा पिता गुरु गोबिंद सिंह महाराज किसी बच्चे उत्ते वार करन दी ताकीद नहीं करता, इजाजत नहीं दिंदा। कहंदे फिर दस इस्लाम कबूल कर लेंगे तो तेरा लखते जिगर तेरे मोरे कुर्बान कर दिता जाएगा। कहंदे मेरे गुरु ने 4 कुर्बान किए, मेरे को ते है ही एक। मेरे तो वड्डे भाग होर की हो सकते ने, मेरा पुत्र भी लेखे लग जाए। हुण बाबा बंदा सिंह बहादुर दी गोद दे विच जलाद शुरा लेके आया। उस शुरे नूं बच्चे नूं एकदम दबाया एक हाथ नाल और ओदी छाती विच शुरा मारिया, छाती पाड़ दिती। छाती पाड़ के विचों तड़फदा होया दिल कढिया। ओ दिल कढ के बाबा बंदा सिंह बहादुर दे मुख विच तुनना कीता जबरदस्ती। बाबा बंदा सिंह बहादुर दा सारा मुंह खून नाल लथपथ हो गया, पर चेहरे ते ओही रौनक, ओही आनंद जो गुरु दी गोद विच बैठे सी। कईयां ने बाबा बंदा सिंह बहादुर नूं बदनाम भी कीता। कहते जी ਇਹਦੇ ਨਾਲ ਖੇਡ ਤਾਂ ਵਰਦੀ ਹੈ, ਵਿਆਹ ਕਰਾ ਲਿਆ ਇਹਨੇ गुरु कहाना शुरू करता। कमाल है। बाबा बंदा सिंह बहादुर ने सिक्का गुरु दे नाम दा चलाया, अपने नाम दा नहीं चलाया। आ जेड़ा फतेह दर्शन दा चक्कर है ना, ये फतेह दर्शन भी बाद विच होंद विच लिआंदा गया सी। पालती पुत्र जेड़ा अजीत सिंह सी ना, मुतमन्ना पुत्र, ओने लिआंदा सी पाड़ पाउण दे लई कि इन्हां नूं पाड़िया जाए आपस विच। ਉਹਨੇ ਇਹ ਲਿਆਂਦਾ ਸੀ ਫਤਿਹ ਦਰਸ਼ਨ ਦਾ ਨਾਰਾ ਤੇ ਨਾਂ ਲੈ ਦਿੱਤਾ ਸੀ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਿ ਬਾਬਾ ਬੰਦਾ ਸਿੰਘ ਬਹਾਦਰ। ਮੈਂ ਦਿੱਲੀ ਸਾਂ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਰਾ ਦਿੱਤਾ ਸੀ ਫਤਿਹ ਦਰਸ਼ਨ ਕਿਹਾ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਕਿਹਾ ਕਰੋ। ਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਦੇ ਬਚਨਾਂ ਤੋਂ ਡੋਲਣਾ ਹੁੰਦਾ, ਪਹਿਲੀ ਗੱਲ ਤੇ ਜਿਹੜਾ ਗੁਰੂ ਖੁਦ ਗ੍ਰਸਤੀ ਹੈ, ਉਹ ਕਦੇ ਆਪਣੇ ਸਿੱਖ ਨੂੰ ਨਹੀਂ ਕਹੇਗਾ ਕਿ ਤੂੰ ਗ੍ਰਸਤ ਨਹੀਂ ਧਾਰਨ ਕਰਨਾ। साढ़े 10 गुरुआं चों 9 गुरु गृहस्थी होए ने ते ओनू गृहस्थ तो भगौड़ा किवें कर सकदे? गृहस्थ धारण करन दा हुक्म सतगुरां वालों है। ते बाबा बंदा सिंह बहादुर ने जे अपने नाम दे सिक्का चलाउणा हुंदा, जे गुरु कहाउणा हुंदा ते जान बख्शी जा सकदी सी, बचा लेनी सी। कानू पुत्र दी कुर्बानी करनी सी उहने, इन्ने सिंह कानू मरवाउणे सी, पर नहीं को गुरु दे वचनां उत्ते पहरा दिंदा रहा। हुण जदों बहादुर शाह इस फरकशीर वालों बाबा बंदा सिंह बहादुर नूं पुछया गया, कहंदे बंदा सिंह तेरा पुत्र मारिया गया, दस तैनों किहो जी मौत मारी? ते बाबा बंदा सिंह बहादुर ने
एक गल की जाती सिकंदर ते पौरस की। सिकंदर ने पौरस नूं पुछया सी तैनूं दस किहो जी सजा दईए। वो कहंदा जिहो जी एक बादशाह दूसरे बादशाह नूं दिंदा है, ओनूं रिहा कर दिता गया सी। पर इत्थे देखो ओदी गल ते बड़ी सुनाई। बाबा बंदा सिंह बहादुर ने की अगों जवाब दिता, इस किसी नूं सुनाया ही नहीं सी। बाबा बंदा सिंह बहादुर ने जवाब दिता, कहंदे फरक्षर मैनू उस मौते मार जिस मौते तू खुद मरना चाहने। हुण जदों इन्नी गल आखी अगों फरक्षर कहंदा मैनू कौन मार सकदा है? कहंदे याद रखी जिहड़ी मौत मैनू मारेगा ना मौत तैनूं भी ओही आएगी, तेरे नाल वचन लिया मेरा। बाबा बंदा सिंह बहादुर नूं शहीद करन लई फिर दोबारा आख्या गया, कहंदे जिथे 4 गुरु धारण कीते ने उत्थे एक होर कर ले, तेरा की बिगड़ चलिया? जान बख्शी हो जाएगी, तैनूं राज भाग दिता जाएगा, तैनूं गवर्नर थाप दिता जाएगा। जिथे 4 गुरु पहला धारण कीते ने एक होर धारण कर ले। ते बाबा बंदा सिंह बहादुर ने जवाब बड़ा सोहना दिता। ਉਹ ਕਹਿੰਦੇ 4 ਗੁਰੂਆਂ ਤੋਂ ਪਹਿਲਾਂ ਜਿਹੜੇ 3 ਗੁਰੂ ਧਾਰਨ ਕੀਤੇ ਸੀ ਨਾ ਅਧੂਰੇ ਸੀ, ਤੇ ਜਦੋਂ ਪੂਰਾ ਗੁਰੂ ਮਿਲ ਗਿਆ ਮੈਨੂੰ ਉਸ ਪੂਰੇ ਗੁਰੂ ਤੋਂ ਕਹਿੰਦੇ ਮੈਂ ਇੰਨਾ ਕੁਰਬਾਨ ਮੇਰਾ ਰੋਮ ਰੋਮ ਵੀ ਕੱਟ ਕੇ ਉਸ ਗੁਰੂ ਤੋਂ ਵਾਰ ਦਿੱਤਾ ਜਾਏ ਮੈਂ ਫਿਰ ਵੀ ਥੋੜਾ ਸਮਝਦਾ, ਮੈਂ ਫਿਰ ਵੀ ਉਸ ਗੁਰੂ ਦੀ ਦੇਣ ਨਹੀਂ ਦੇ ਸਕਦਾ। ਮੈਨੂੰ ਪੂਰਾ ਗੁਰੂ ਮਿਲ ਗਿਆ, ਗੁਰਪੂਰਾ मेरा गुर पूरा राम नाम जप सदा सोहेले सगल विनाशे रोग पूरा एक अरब साचा सोए जाकी शरण सदा सुख होए नींद सोहेली नाम की लागी भूख हर सिमरत बिन से दुख सब दुख। कहंदे अज मैनू पूरे गुरु दा मिलाप होया, तुहाडा गुरु पूरा नहीं, तुसीं ते कियामत दे दिन नूं उड़ीकी जांदे हो, मैं ते हुणे मुकत हां गुरु दी नज़र दे विच। आप मुक्त करे संसार, वो आप भी मुक्त थे अपने सेवकां नूं भी ऐसे गुरु को बल बल जाइए आप मुक्त मोहे तारे। ओ मैनू भी तारन वाले, कहंदे तारन वाला किते तू ते मर जाना है, कहंदे तुहानू लगदा है मर जाना है। इस मारन विच भी गुरु तारदा है। बाबा बंदा सिंह बहादुर नूं सजा दित्ती गई, कहंदे एदा सारे शरीर दे अंग कटे जाण, ਇਹਦੀਆਂ ਅੱਖਾਂ ਕੱਢ ਦਿੱਤੀਆਂ ਜਾਣ, ਇਹਦੇ ਸਰੀਰ ਦਾ ਮਾਸ ਜਮੂਰਾਂ ਨਾਲ ਨੋਚਿਆ ਜਾਏ ਗਰਮ ਜਮੂਰ ਕਰਕੇ, ਇੰਨੇ ਤਸੀਹੇ ਦਿੱਤੇ ਜਾਣ। ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢੀਆਂ ਗਈਆਂ, ਪਹਿਲਾਂ ਸੱਜੀ ਅੱਖ ਕੱਢੀ, ਫਿਰ ਖੱਬੀ ਅੱਖ ਡੇਲਾ ਬਾਹਰ ਕੱਢ ਦਿੱਤਾ, ਫਿਰ ਪੈਰ ਵੱਢੇ ਗਏ, ਇੱਕ ਪੈਰ ਵੱਢਿਆ ਫਿਰ ਦੂਸਰਾ ਵੱਢਿਆ, ਫਿਰ ਲੱਤਾਂ ਵੱਢੀਆਂ ਗਈਆਂ, ਫਿਰ ਹੱਥ ਵੱਢ ਦਿੱਤੇ ਗਏ, ਫਿਰ ਬਾਹਾਂ ਵੱਢੀਆਂ ਗਈਆਂ। अखीर जमूर गर्म करके जमूरा नाल मास नोचिया गया बाबा बंदा सिंह बहादुर दा। इन्ने तसीहे चले ते अखीर विच फिर बाबा बंदा सिंह बहादुर दे सीस धड़ तो अलग कर दिता गया सी। पर बाबा बंदा सिंह बहादुर ने शहादत जाम कीता, गुरु तो बेमुख नहीं होए। और ये भी याद रखना फरक्षियर दी मौत भी इवें ही हुई सी। फरक्षियर घोड़े ते जा रहा सी, घोड़ा बेलगाम हो गया, घोड़े तो डिगया, पैर लगाम विच फसिया इस फरक्षियर बादशाह दा, ते घोड़ा बेलगाम होया, दौड़ा फिरदा अगे पहला पत्थर वजने शुरू होए, पहला एक अख च पत्थर वजया, फिर दूसरी च वजया, घोड़ा रुकिया ना, दौड़दा गया, ਇਹਦੇ ਹੱਥ ਵੱਡੇ ਗਏ ਪੱਥਰਾਂ ਵਿੱਚ ਵੱਜ ਕੇ, ਇਹਦੇ ਪੈਰ ਵੱਡੇ ਗਏ, ਸਰੀਰ ਦਾ ਮਾਸ ਨੋਚਿਆ ਗਿਆ, ਟਿੱਕੇ ਪੱਥਰ ਲੱਗ ਕੇ, ਤੇ ਅਖੀਰ ਵਿੱਚ ਉਹ ਘੋੜਾ ਵੀ ਖਾਈ ਵਿੱਚ ਡਿੱਗਿਆ ਤੇ ਨਾਲ ਇਹਨੂੰ ਵੀ ਲੈ ਡਿੱਗਿਆ ਸੀ ਫਰਕਸ਼ੀਰ ਨੂੰ। ਜਿਹੋ ਜੀ ਮੌਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹਨੇ ਦਿੱਤੀ, ਉਹੋ ਜੀ ਮੌਤ ਫਰਕਸ਼ੀਰ ਬਾਦਸ਼ਾਹ ਵੀ ਮਰਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦੇ ਹੋ, ਬਾਬਾ ਬੰਦਾ ਸਿੰਘ ਬਹਾਦਰ ਦੀ ਕਰਨੀ ਨੂੰ ਵੀ ਯਾਦ ਕਰੋ। ਉਹਨੇ ਗੁਰੂ ਤੋਂ ਬੇਮੁਖਤਾਈ ਨਹੀਂ ਦਿਖਾਈ। ਉਹਦੇ ਤੋਂ ਬਾਅਦ ਵਿੱਚ ਭਾਵੇਂ ਕੁਝ ਲੋਕਾਂ ਨੇ, ਕੁਝ ਇਤਿਹਾਸਕਾਰਾਂ ਨੇ ਉਹਨਾਂ ਨੂੰ ਬਦਨਾਮ ਕਰਨਾ ਚਾਹਿਆ ਫਤਿਹ ਦਰਸ਼ਨ ਦੇ ਨਾਮ ਉਤੇ, ਬੰਦਈ ਖਾਲਸਾ ਤਤ ਖਾਲਸਾ ਬਾਅਦ ਵਿੱਚ ਚੱਲੇ, ਪਰ ਉਹ ਬੰਦਈ ਖਾਲਸਾ ਅੱਜ ਬੰਦਈ ਥੋੜੀ ਐ, ਸਾਰੇ ਤਾਤੇ ਹੀ ਨੇ। ਅੱਜ ਕੋਈ ਦੱਸਦਾ ਕਿ ਬੰਦਈ, हाँ कई उन्होंने अज कहेंगे बंदा बैरागी, नहीं वो बंदा बैरागी थोड़ी है। माधोदास बैरागी सी, जदों गुरु दा सिंह सज गया फिर बैरागी थोड़ी रह गया।
फिर उदासी थोड़ी रह गई है, फिर तो गुरु का सिंह सज के गुरु के बचनों के पैरा दिंदा होया कुर्बानी दे गया। सिख राज कायम करने वाला जे है पहले नंबर पे वो बाबा बंदा सिंह बहादुर है, जिसने जुल्म मुगल हुकूमत के जुल्म दियां जड़ां नूं पुट के रख दिता। कहंदे 4 साल दा पुत मेरा जलाद लियाया, कद कलेजा पुत दा मेरे मुंह पाया, पिंजरा मेरा मैं रह गया हो गया सपाया। मैं कौम लई सब कीता जो मेतों सरदा है, मैं लाल गुरु दशमेश दा मुगल हुकूमत दा हर हाकम मेतों डरदा है। ना तो भी डरदे सी बाबा बंदा सिंह बहादुर दी, पर वो जिथों गल आरंभ हुई सी कि सतगुर आगे सीस भेट दिओ, उन्हें उत्थे ही भेट कर दिता सी। इत्थे ते सिर्फ बहाना बनिया मौत दा। मौत ते उसे दिन ही कबूल कर ली सी जिस दिन गुरु के दर तो अमृत की दात लई सी 1708 विच। उस दिन ही पहला मरण कबूल, उसे दिन ही उसने ये वचन पढ़ ले सन कि गगन दमामा बाजियो परियो निशाने घाओ, खेत जो मांडियो सूरमा अब जूजन को दाओ। उसे दिन ये वचन पढ़ ले सन बाबा बंदा सिंह बहादुर ने कि सूरा सो पहचानी है जो लरे दीन के हेत, पुरजा पुरजा कट मरे कबू ना छाडे खेत। उन्हें वेखो अपना शरीर दा पुरजा पुरजा कटवा लिया, पर गुरु तो बेमुख नहीं होया। मैनू माफ करना, अज असी झात मारीए कि असी किधर नू जा रहे हैं, असी किते बेमुखताई दे रस्ते उत्ते तां नहीं जा रहे। एक बड़े सोहने वचन 46 साल की उम्र बाबा बंदा सिंह बहादुर ने बतीत की थी। एक अदीब ने बड़े सोहने वचन किए, उन्हें कुछ गिनतियां करके रब दे नाल जोड़िया। वो कहते 10 4 पत हूं को छट 4 पत दी जे 2 3 बीच धूल धूल के ना पर रे। 10 4 10 ते 4 14 14 भवन 14 भवना दा मालक अकाल पुरख मनिया जांदा। 10 4 पतों के कहते 14 भवना जेड़ा पति मालक प्रभु है। छट 4 6 ते 4 6 ते 4 10 इंद्रे ने कर्म इंद्रे ते ज्ञान इंद्रे, इन्हां दा जेड़ा राजा है वो मन है। कहते मन अपना मालिक नूं भेटा कर दे। 10 4 पतों को छट 4 पत दी जे 2 3 बीच भूल धूल के ना पर गया। 2 3 इन्हां दी गिनती मिला के गिनती बनदी है 5। कहते इन्हां 5 विकारां विच भुल के भी ना पै जाए। फिर अगे वचन कीते, कहते 8 8 बैस बारी अबल लगत प्यारी, 7 3 और वारी कर तू नजर रे। 8 8 16 गिनती बनदी ते 16 साल की उम्र जवानी की उम्र मनी जाती है। कहते इथों ना पैर तिलक जाए। 8 8 बैस बारी अबल लगत प्यारी, कहते जिंदगी बड़ी प्यारी है पर इनू गरकान दे विकारां दे विच औगणां दे विच अबल लगत प्यारी। 7 3 और वारी 7 3 7 ते 3 10 कर तू नजर रे। कहते नजर इहदे उत्ते नजर कर 8 8 बैस बारी। फिर सतुती के 4 बारी, सतुतियां 21 21 चौक 84, कहते 84 लख जूनिया ने। सतुती के 4 बारी अगे की तू क्यों विसारी, अगे 8 10 भारी ताते तुम डर रे। कहते अगे 10 8 18 प्रकार का नरक है, ओदे तो डर, ओदा डर रखी अपने जीवन दे विच। छोड़ के आनंद, कहते ओ कर्म छड्ड दे जेड़े कर्म शर्मिंदगी वाले ने, बंदगी वाले नहीं। कर संतन को संग, कहते रब दे प्यारियां दा संग कर। नहाओ आत्म की गंग, कहते अंदर एक गंगा है ओदे विच इशनान कर, जिसनों सतगुरां दे वचन कहंदे ने अंतरगत तीर्थ मल नहाओ। ओ अंदर इशनान कर, ओ अंदरली गंगा विच इशनान कर। नहाओ आत्म की गंग, नाम हरि को उचर रे। कहंदे ओ किवें नहाया जाएगा, हरि दे नाम नाल जुड़ के, और नाम नाल जुड़न नाल ही सारियां बरकतां मिलदियां ने। सतगुरु कृपा करन, गुरु दे रस्ते उत्ते चलांगे ते गुरु बख्शिश ले जावांगे, गुरु भाउंदे कारज करांगे ते गुरु दे दर ते प्रवान हो जावांगे। एक बार पढ़ लो सारी, फिर आपां समाप्ति करिए। मीत चलो गुर चाली, गुर सिख मीत चलो। गुर सिख मीत चलो गुर चाली, गुर सिख मीत चलो गुर चाली।
जो गुर कहे सोई बल मानो, जो गुर कहे सोई बल मानो, हर हर कथा निराली, हर हर कथा निराली, हर हर कथा निराली, हर हर कथा निराली। मीत चलो, मीत चलो गुर चाली, गुर सिख मीत चलो, सतगुरु कृपा करन बख्शिश करन। हों कुर्बाने जाऊं मेहरबाना, हों कुर्बाने जाऊं। गुरु तो जिहड़ा कुर्बान हो गया, कुर्बानी भी वही दे सकता है, दूजा नहीं दे सकता। ते गुरु तो कुर्बान वही हुंदे ने जिहड़े गुरु दी भी कुर्बानी नूं समझदे ने। क्योंकि एक साडी नज़र है, अगे भी एक बार बेनती की सी, शरधा दो तरह दी है। एक मेरी शरधा है कि मैं सच्चे पातशाह तुहानूं आ भेटा करना, आ भेटा करना। एक भेटा फिर गुरु भी लेना चाहते साडे ते गुरु जिहड़ी भेटा लेना चाहते, जे वो भेटा दे दित्ती ते साडी सारी भेटा ही बरबाद हो जाती है। गुरु किहड़ी भेटा मंगदा है? मन विच है सतगुरु के पास, कहंदे मंग आ दे दे मैनूं। ते इस सेवक के कारज रास होते, कहंदे सारे कारज रास हो जाणगे। गुरु ये कहता है कि सतगुर आगे सीस भेंट दियो, जे सतगुर सच है भावे। ते बाबा बंदा सिंह बहादुर एहो जिहा जरनैल, एहो जिहा सूरमा, एहो जिहा योद्धा, एहो जिहा महाबली, एहो जिहा गुरु के बचनां नूं कमाउण वाला होया, जिन्हें अपना परिवार भी गुरु तो ही कुर्बान कर दिता। ते ओनूं बैरागी कहना उहदे नाल बड़ा बड़ा धोखा है, ओनूं उदासी कहना उहदे नाल बड़ी बड़ी बेइंसाफी है। एडी बड़ी कुर्बानी कर गया, सिख राज कायम करके एक राज का नक्शा उसे सिख राज नूं जे ओ नींह रख गया, उसे नींह दे उत्ते महाराजा रणजीत सिंह ने दोबारा फिर सिख राज कायम किया सी। बाबा बंदा सिंह बहादुर दी देन सी। सतगुरु कृपा करन होइयां बेअंत प्रकार दीयां भुलां खिमा करनियां, जो गुरु दे वचन सांझे कीते ने ओ वचन सतगुरां दे जान के हिरदे विच धारण करने। बाबाणियां कहानियां पुत सपुत करेन सतगुरां दे चरनां विच रज़ोई करनी। सच्चे पातशाह तुसी रहमत करके साडे हिरदे विच अपना उपदेश वसा दिओ, क्योंकि जदों गुरु वसा दिंदे हिरदे विच उपदेश, फिर उदासी बैरागी तो त्यागी तो सन्यासी तो सिंह सज के फिर वो गुरु दी गोद विच बैठण दे योग हो जांदा है, प्रवान हो जांदा है। जिहड़ा प्रवान हो गया उही प्रधान बनदा है गुरु दी नज़र दे विच। सतगुरु रहमत करन होइयां भुलां दी खिमा। फतेह दी सांझ करो झुकाओ साहिबां नूं सीस, फतेह दी सांझ करो आखो वाहिगुरू जी का खालसा वाहिगुरू जी की फतेह। खुद आगे अरदास हमारे।